ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਵੀ ਹੁੰਦੀ ਹੈ ਕਿ ਅਸੀਂ ਉਸ ਮੀਡੀਆ ਦੇ ਨਾਲ ਜੁੜੇ ਹੋਏ ਹਾਂ, ਉਸ ਇੱਕ ਕਿੱਤੇ ਦੇ ਨਾਲ ਜੁੜੇ ਹੋਏ ਹਾਂ ਜਿਹਦੇ ਤੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਭਰੋਸਾ ਕਰਨਾ ਬਹੁਤ ਔਖਾ। ਬਹੁਤ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਪਹਿਲਾਂ ਉਹਨਾਂ ਨੇ ਬਲੌਗਸ ਬਣਾਉਣੇ ਸ਼ੁਰੂ ਕੀਤੇ ਸੀ ਹਨਾ, ਫਿਰ ਉਹਨਾਂ ਨੂੰ ਲੱਗਿਆ ਕਿ ਮੈਂ ਤਾਂ ਕਿਸੇ ਵੀ ਚੀਜ਼ ਤੇ ਬਲੌਗ ਬਣਾ ਸਕਦਾ। ਮਤਲਬ ਦੀਪ ਸਿੱਧੂ ਹੋਰਾਂ ਦੇ ਉੱਪਰ ਮੀਡੀਆ ਨੇ ਇੰਨੀ ਚਰਚਾ ਕੀਤੀ, ਇੰਨੀਆਂ ਚੀਜ਼ਾਂ ਡਿਸਕਸ ਕੀਤੀਆਂ, ਮਤਲਬ ਜਿਹੜਾ ਉਹਨੂੰ ਜ਼ਿੰਦਗੀ 'ਚ ਕਦੇ ਕੋਈ 10 ਮਿੰਟ ਲਈ ਵੀ ਮਿਲਿਆ ਸੀਗਾ ਉਹਨਾਂ ਦੇ ਮੂੰਹ 'ਚ ਜਾ ਕੇ ਵੀ ਤੁਸੀਂ ਮਾਈਕ ਦੇਈ ਜਾਂਦੇ ਹੋ। ਅੱਗੇ ਜਰਨਲਿਸਟ ਇਸ ਤਰੀਕੇ ਨਾਲ ਕਵਰੇਜ ਕਰਦੇ ਹੁੰਦੇ ਸੀ ਕਿ ਉਹ ਇਨਫੋਰਮੇਸ਼ਨ ਆ ਜਿਹੜੀ ਬਾਅਦ 'ਚੋਂ ਪੁਲਿਸ ਲਈ ਜਾਂ ਕੋਰਟ ਲਈ ਵੀ ਬਹੁਤ ਜ਼ਿਆਦਾ ਅਹਿਮ ਮੰਨੀ ਜਾਂਦੀ ਸੀਗੀ ਹੈ ਨਾ, ਪਰ ਹੁਣ ਕਵਰੇਜ ਹੁੰਦੀ ਆ, ਪਰ ਉਹ ਹੁੰਦੀ ਇਸੇ ਤਰੀਕੇ ਦੀ ਆ ਕਿ ਵੱਧ ਤੋਂ ਵੱਧ ਵਿਊਜ਼ ਕਿਹਨੂੰ ਆਉਣ। ਗਏ ਬੰਦੇ ਦਾ ਦੁੱਖ ਸਾਨੂੰ ਭੁੱਲ ਜਾਂਦਾ, ਪਰ ਉੱਥੇ ਸਾਨੂੰ ਇਹ ਜ਼ਰੂਰੀ ਲੱਗਣ ਲੱਗ ਜਾਂਦਾ ਕਿ ਮੈਂ ਇਹ ਦੱਸ ਕੇ ਵੱਡਾ ਬਣਾ ਵੀ ਉਹ ਬੰਦਾ ਮੇਰੇ ਨੇੜੇ ਸੀਗਾ। ਆਮ ਬੰਦਾ ਭਾਵੇਂ ਉਸ ਫੋਟੋ ਨੂੰ ਪਾਉਣ ਤੋਂ ਪਰਹੇਜ਼ ਕਰਦਾ ਹੋਵੇ, ਪਰ ਸਾਡੇ ਚੈਨਲ ਮਤਲਬ ਜਾ ਕੇ ਉਹ ਥਾਵਾਂ ਲੱਭਦੇ ਨੇ ਜਿੱਥੋਂ ਤੁਸੀਂ ਮਰੇ ਹੋਏ ਬੰਦੇ ਦਾ ਚਿਹਰਾ ਚੰਗੀ ਤਰ੍ਹਾਂ ਲੋਕਾਂ ਨੂੰ ਦਿਖਾ ਸਕੋ। ਜਿਵੇਂ ਮੰਨ ਲਓ ਕਿਸੇ ਪਿਓ ਧੀ ਨਾਲ ਵੀ ਜਾਂਦੇ ਹੋਏ ਹਾਦਸਾ ਹੋ ਜਾਂਦਾ ਤਾਂ ਥੰਬਨੇਲ ਉਹਦੇ 'ਚ ਇਦਾਂ ਦਾ ਹੁੰਦਾ ਵੀ ਲੋਕ ਲਿਖਣਗੇ ਵੀ ਪਿਓ ਨੇ ਧੀ ਨਾਲ ਕੀਤਾ ਐਵੇਂ ਦਾ ਕਾਂਡ। ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਸਮਾਜ ਨੂੰ ਉਹ ਚੀਜ਼ਾਂ ਦਈਏ ਜਿਹੜੀਆਂ ਕਿ ਜੇ ਉਹਨਾਂ ਨੂੰ ਗਾਈਡ ਨਹੀਂ ਕਰ ਰਹੀਆਂ ਤਾਂ ਉਹਨਾਂ ਨੂੰ ਮਿਸਗਾਈਡ ਵੀ ਨਾ ਕਰਨ। ਮੈਨੂੰ ਲੱਗਦਾ ਹੁੰਦਾ ਕਿ ਮੀਡੀਆ ਦੇ ਲਈ ਕਿਸੇ ਦੀ ਮੌਤ ਵੀ ਸਿਰਫ ਇੱਕ ਖਬਰ ਆ ਤੇ ਉਹਨਾਂ ਦਾ ਬਿਜ਼ਨਸ ਰਹਿ ਗਈ ਆ। ਹਾਦਸਾ ਹੋਇਆ ਤੁਸੀਂ ਉਹਨੂੰ ਦਿਖਾ ਸਕਦੇ ਹੋ ਵੀ ਆਹ ਹੋਇਆ ਬੰਦੇ ਨਾਲ, ਇੱਦਾਂ ਇੰਨੀਆਂ ਗੋਲੀਆਂ ਵੱਜੀਆਂ ਜਾਂ ਆਹ ਚੀਜ਼ਾਂ ਨਾ। ਕੋਈ ਚਾਹੁੰਦਾ ਹੈ ਕਿ ਉਹਦੇ ਘਰ ਦੇ ਕੁੱਤੇ ਵੀ ਦਿਖਾ ਦਈਏ ਹੈ ਨਾ, ਉਹਦੇ ਘਰ 'ਚ ਖੜੀ ਮਸ਼ੀਨਰੀ ਨੂੰ ਵੀ ਅਸੀਂ ਕਵਰ ਕਰ ਲਈਏ। ਕੀ ਕਰ ਲਈਏ ਕਿ ਇੱਕ ਮਿੰਟ ਬਾਅਦ ਅਸੀਂ ਲੋਕਾਂ ਨੂੰ ਕੁਛ ਨਾ ਕੁਛ ਨਵਾਂ ਦਿੰਦੇ ਰਹੀਏ ਜਿਹਦੇ ਨਾਲ ਕਿਤੇ ਅਸੀਂ ਨਾ ਰੁਕ ਜਾਈਏ। ਸਿਵਿਆਂ 'ਚ ਜਾ ਕੇ ਇੱਕ ਦਿਨ ਪਹਿਲਾਂ ਸੰਸਕਾਰ ਤੋਂ ਥਾਂ ਲੱਭਦੇ ਹੋ ਵੀ ਇੱਥੇ ਕੈਮਰਾ ਲਾਵਾਂਗੇ ਤਾਂ ਇੱਥੋਂ ਸਾਨੂੰ ਵਧੀਆ ਫੁਟੇਜ ਮਿਲ ਸਕਦੀ ਆ। ਤੁਸੀਂ ਮਰ ਗਏ ਜੁਮਾ ਦਿਮਾਗ ਤੋਂ, ਤੁਹਾਡੇ ਅੰਦਰ ਰਿਹਾ ਹੀ ਨਹੀਂ ਕੁਛ, ਤੁਸੀਂ ਮਹਿਸੂਸ ਹੀ ਨਹੀਂ ਕਰ ਰਹੇ ਵੀ ਤੁਸੀਂ ਕਿਹੜੀਆਂ ਚੀਜ਼ਾਂ ਕਵਰ ਕਰ ਰਹੇ ਹੋ ਉੱਥੇ ਆ ਕੇ। ਉਹ ਤੁਸੀਂ ਘੰਟੇ ਬਾਅਦ ਬੰਦੇ ਨੂੰ ਪੁੱਛ ਰਹੇ ਹੋ ਵੀ ਤੇਰਾ ਬੰਦਾ ਇਸ ਦੁਨੀਆ ਤੋਂ ਚਲਿਆ ਗਿਆ, ਤੈਨੂੰ ਕਿਵੇਂ ਲੱਗ ਰਿਹਾ। ਐਡਾ ਕਾਮਯਾਬ ਬੱਚਾ ਜਦੋਂ ਘਰ 'ਚੋਂ ਜਾਂਦਾ, ਮੈਂ ਇਹ ਸੋਚ ਰਹੀ ਸੀ ਵੀ ਉਹਦੀ ਮਾਂ ਕਹਿੰਦੀ ਹੋਣੀ ਕਾਸ਼ ਇਹ ਕਦੀ ਸਕਸੈਸਫੁਲ ਹੋਇਆ ਹੀ ਨਾ ਹੁੰਦਾ ਹੈ ਨਾ। ਆਪਾਂ ਵੀ ਸੋਚਦੇ ਹਾਂ ਕਿੰਨੀਆਂ ਕੁੜੀਆਂ ਇਹ ਲਿਖ ਰਹੀਆਂ ਨੇ ਕਿ ਸਾਡੇ ਇਕੱਲੇ ਬੱਚੇ ਨੇ ਤੇ ਅਸੀਂ ਮਤਲਬ ਸਾਰੀ ਰਾਤ ਸੌਂ ਨਹੀਂ ਸਕੀਆਂ। ਇੱਕ ਬਹੁਤ ਹੀ ਘਟੀਆ ਥੰਬਨੇਲ ਸੀਗਾ ਕਿ ਫੰਡਰ ਮੱਝ ਦਾ ਝੋਟੇ ਨਾਲ ਕੀ ਮੁਕਾਬਲਾ। ਕੀ ਇਹੋ ਜਿਹੇ ਅਕਸਾਊ ਥੰਬਨੇਲ ਜ਼ਿੰਮੇਵਾਰ ਨਹੀਂ ਹੈਗੇ ਕਿਸੇ ਦੇ ਕਤਲ ਲਈ? ਇਹੋ ਜਿਹੇ ਸਵਾਲ ਤੁਸੀਂ ਉਹਨਾਂ ਨੂੰ ਕਰਦੇ ਹੋ ਜਿੱਥੋਂ ਤੁਹਾਨੂੰ ਲੱਗਦਾ ਕਿ ਇਹ ਸਵਾਲ ਬਹੁਤ ਤੜਕੇ ਵਾਲਾ, ਇਹਦੇ ਤੋਂ ਮੇਰੀ ਇੰਟਰਵਿਊ ਨੂੰ ਬਹੁਤ ਹਾਈਪ ਮਿਲੂਗੀ, ਇੰਟਰਵਿਊ ਨੂੰ ਹਾਈਪ ਮਿਲੂਗੀ ਤਾਂ ਮੈਂ ਵੀ ਵੱਡਾ ਪੱਤਰਕਾਰ ਬਣੂੰਗਾ। ਤੁਸੀਂ ਬੇਵਕੂਫ ਸਵਾਲ ਕਰਕੇ ਅੱਜ ਵੱਡੇ ਪੱਤਰਕਾਰ ਬਣਨ ਨੂੰ ਫਿਰਦੇ ਹੋ। ਚੈਨਲਾਂ ਕੋਲ ਜਿੰਨਾ ਕੁ ਸੁਚੱਜਾਪਣ ਹੈਗਾ ਜਾਂ ਜਿਵੇਂ ਦੇ ਬੰਦੇ ਉਹਨਾਂ ਲਈ ਕੰਮ ਕਰ ਰਹੇ ਨੇ ਉਹ ਉਹੀ ਪਰੋਸ ਕੇ ਤੁਹਾਡੇ ਅੱਗੇ ਰੱਖ ਰਹੇ ਨੇ, ਤੇ ਇਹਦੇ ਵਿੱਚ ਮੈਨੂੰ ਲੱਗਦਾ ਹੁਣ ਹੈਰਾਨ ਘੱਟ ਹੋਣਾ ਚਾਹੀਦਾ, ਸ਼ਰਮ ਲੋਕਾਂ ਨੂੰ ਜ਼ਿਆਦਾ ਆਉਣੀ ਚਾਹੀਦੀ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਦੇ ਇੱਦਾਂ ਦੇ ਵੈਬ ਚੈਨਲ ਸ਼ੁਰੂ ਹੋਏ ਨੇ ਜਿਹੜੇ ਕਿ ਇਸ ਦਾਅਵੇ ਦੇ ਨਾਲ ਸ਼ੁਰੂ ਹੋਏ ਸੀ ਅਸੀਂ ਲੋਕਾਂ ਦੀ ਆਵਾਜ਼ ਹਾਂ ਤੇ ਅਸੀਂ ਨਿਰਪੱਖ ਪੱਤਰਕਾਰੀ ਕਰਾਂਗੇ ਨਾ, ਤੇ ਉਹਨਾਂ ਦੇ ਵਿੱਚੋਂ ਕੋਈ ਵੀ ਚੈਨਲ ਇੱਦਾਂ ਦਾ ਨਹੀਂ ਹੈਗਾ ਜਿਨ੍ਹਾਂ ਨੇ ਸਰਕਾਰ ਤੋਂ ਪੈਸਾ ਲੈ ਕੇ ਕੰਮ ਨਹੀਂ ਕੀਤਾ। ਪਹਿਲਾਂ ਅਸੀਂ ਨੈਸ਼ਨਲ ਮੀਡੀਆ ਨੂੰ ਰੋਂਦੇ ਹੁੰਦੇ ਸੀਗੇ, ਹੁਣ ਸਾਡਾ ਜਿਹੜਾ ਪੰਜਾਬ ਦਾ ਮੀਡੀਆ ਉਹ ਤਾਂ ਮਤਲਬ ਉਸ ਤੋਂ ਵੀ ਉੱਪਰਲੀ ਛਲਾਂਗ ਲਾਉਣ ਨੂੰ ਤਿਆਰ ਹੋਇਆ। ਅੱਜ ਇੱਕ ਪੱਤਰਕਾਰ ਚੀਖ ਕੇ ਇੰਟਰਵਿਊ ਦੇ ਰਿਹਾ ਸੀ ਆਪਦੇ ਹੀ ਚੈਨਲ ਦੇ ਉੱਪਰ ਕਿ ਸਰਕਾਰ ਨੇ ਉਹਨੂੰ ਮਰਵਾਤਾ, ਸਰਕਾਰ ਨੇ ਐਂ ਕਰਤਾ। ਕੀ ਚੋਣਾਂ ਦੌਰਾਨ ਤੁਹਾਡੇ ਚੈਨਲ ਨੇ ਪੈਸਾ ਲੈ ਕੇ ਕੰਮ ਨਹੀਂ ਕੀਤਾ ਸੀਗਾ? ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਗੱਲ ਤੇ ਗੱਲ ਦੇ ਨਵੇਂ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਕਹਿੰਦੇ ਨੇ ਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੁੰਦਾ ਹੈ। ਜਦੋਂ ਅੱਜ ਤੋਂ ਜੇ ਆਪਾਂ ਪਹਿਲਾਂ 15 ਕੁ ਸਾਲ ਪਹਿਲਾਂ ਦੀ ਗੱਲ ਕਰ ਲਈਏ ਜਾਂ ਅੱਜ ਤੋਂ ਘੱਟੋ ਘੱਟ 10 ਕੁ ਸਾਲ ਪਹਿਲਾਂ ਦੀ ਵੀ ਅਸੀਂ ਗੱਲ ਕਰ ਲਈਏ ਤਾਂ ਮੀਡੀਆ ਦੇ ਉੱਪਰ ਲੋਕਾਂ ਨੂੰ ਬੜਾ ਭਰੋਸਾ ਹੁੰਦਾ ਸੀਗਾ। ਜਦੋਂ ਕਿਤੇ ਸਮਾਜ ਦੇ ਵਿੱਚ ਵੀ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਸੀ ਤਾਂ ਲੋਕੀ ਸਵੇਰ ਦੇ ਅਖਬਾਰ ਦੀ ਉਡੀਕ ਕਰਦੇ ਹੁੰਦੇ ਸੀਗੇ, ਦੂਰਦਰਸ਼ਨ 'ਤੇ ਚੱਲ ਰਹੀਆਂ ਖਬਰਾਂ ਦੀ ਉਡੀਕ ਕਰਦੇ ਹੁੰਦੇ ਸੀਗੇ ਕਿ ਉੱਥੋਂ ਸਾਨੂੰ ਸਹੀ ਤੱਥਾਂ ਦੀ ਜਾਣਕਾਰੀ ਮਿਲੂਗੀ, ਉੱਥੋਂ ਸਾਨੂੰ ਵਾਪਰੀ ਹੋਈ ਘਟਨਾ ਦੀ ਸਹੀ ਜਾਣਕਾਰੀ ਮਿਲੂਗੀ। ਪਰ ਅੱਜ ਕੱਲ੍ਹ ਅਸੀਂ ਇਹ ਕਹਿਣ ਲੱਗ ਗਏ ਹਾਂ ਕਿ ਖਬਰਾਂ ਤਾਂ ਨਾ ਹੀ ਸੁਣੋ। ਬਹੁਤ ਸਾਰੇ ਲੋਕ
ਜਿਵੇਂ ਅਸੀਂ ਕੰਮ ਕਰਦੇ ਹਾਂ, ਲੋਕਾਂ ਨੂੰ ਮਿਲਦਾ ਤਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸੁਣ ਕੇ ਅਸੀਂ ਇਹ ਹੈਰਾਨ ਵੀ ਹੋ ਜਾਂਦੇ ਹਾਂ, ਜਿਹੜੇ ਕਹਿੰਦੇ ਨੇ ਕਿ ਅਸੀਂ ਪਿਛਲੇ 5 ਸਾਲਾਂ ਤੋਂ ਆਪਣੇ ਘਰ 'ਚ ਟੀਵੀ ਬੰਦ ਕੀਤਾ ਹੋਇਆ, ਕਹਿੰਦੇ ਨੇ, ਤੇ ਖਾਸ ਤੌਰ 'ਤੇ ਖਬਰਾਂ ਤਾਂ ਅਸੀਂ ਬਿਲਕੁਲ ਹੀ ਨਹੀਂ ਦੇਖਦੇ, ਨਾ ਹੀ ਅਸੀਂ ਬੱਚਿਆਂ ਨੂੰ ਕਦੇ ਦੇਖਣ ਦਿੱਤੀਆਂ ਨੇ। ਸੋ ਇੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਅਸੀਂ ਆਪਣੀ ਭੂਮਿਕਾ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਹਟ ਗਏ। ਅਸੀਂ ਜ਼ਿੰਮੇਵਾਰੀ ਨਾਲ ਆਪਣਾ ਕੰਮ ਨਹੀਂ ਕੀਤਾ, ਲੋਕਾਂ ਦਾ ਜੋ ਯਕੀਨ ਸਾਡੇ 'ਤੇ ਸੀ ਉਹ ਅਸੀਂ ਬਰਕਰਾਰ ਨਹੀਂ ਰੱਖ ਸਕੇ। ਆਪਣੀ ਲੋਕਾਂ ਦੇ ਵਿੱਚ ਜੋ ਆਪਣਾ ਵਿਸ਼ਵਾਸ ਹੋਣਾ ਚਾਹੀਦਾ ਸੀ ਉਹ ਅਸੀਂ ਕਿਤੇ ਨਾ ਕਿਤੇ ਗਵਾ ਚੁੱਕੇ ਹਾਂ। ਪਹਿਲਾਂ ਹੁੰਦਾ ਸੀਗਾ ਕਿ ਜਦੋਂ ਸਮਾਜ ਦੇ ਵਿੱਚ ਕੋਈ ਵੱਡਾ ਹਾਦਸਾ ਹੁੰਦਾ ਸੀ, ਪਤਾ ਨਹੀਂ ਮੈਨੂੰ ਇੱਥੇ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ, ਜਿਵੇਂ ਦੰਗੇ ਹੋ ਗਏ ਜਾਂ ਕਿਸੇ ਦਾ ਕਤਲ ਹੋ ਗਿਆ ਜਾਂ ਹੋਰ ਕੋਈ ਵੀ ਅਣਸੁਖਾਵੀ ਘਟਨਾ, ਤਾਂ ਉੱਥੇ ਮੀਡੀਆ ਬਹੁਤ ਵੱਡਾ ਰੋਲ ਅਦਾ ਕਰਦੀ ਸੀ, ਇਨਵੈਸਟੀਗੇਟਿਵ ਜਰਨਲਿਜ਼ਮ ਖਾਸ ਤੌਰ 'ਤੇ, ਕਿ ਸਹੀ ਤਰੀਕੇ ਦੇ ਨਾਲ ਨਤੀਜੇ ਦੇ ਉੱਪਰ ਪਹੁੰਚਿਆ ਜਾ ਸਕੇ, ਜਿਹੜੇ ਕਿ ਜੁਡੀਸ਼ਰੀ ਦੇ ਲਈ ਵੀ, ਪੁਲਿਸ ਸਿਸਟਮ ਦੇ ਲਈ ਵੀ ਬੜੀ ਸਹਿਯੋਗੀ ਹੁੰਦੀ ਸੀਗੀ ਮੀਡੀਆ। ਪਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂਪਲੇਟ ਜਾਂ ਸਭ ਤੋਂ ਜ਼ਿਆਦਾ ਮਿਸਲੀਡਿੰਗ ਇਨਫੋਰਮੇਸ਼ਨ ਮੀਡੀਆ ਵੱਲੋਂ ਹੀ ਦਿੱਤੀ ਜਾਂਦੀ ਹੈ, ਅਤੇ ਬਹੁਤ ਹੀ ਫਾਲਤੂ ਦੀ ਇਨਫੋਰਮੇਸ਼ਨ ਆ ਮੀਡੀਆ ਵੱਲੋਂ ਦਿੱਤੀ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਜਿਹੜੇ ਸਹੀ ਤੱਥ ਹੁੰਦੇ ਨੇ, ਸਹੀ ਜਾਣਕਾਰੀ ਹੁੰਦੀ ਹੈ, ਉਹ ਲੋਕਾਂ ਤੱਕ ਨਹੀਂ ਪਹੁੰਚਦੀ। ਤੇ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਪੱਤਰਕਾਰੀ ਵੀ ਸਿਰਫ ਇੱਕ ਦਿਖਾਵੇ ਦਾ ਕੰਮ ਰਹਿ ਗਿਆ। ਵਿਊਜ਼ ਸਾਨੂੰ ਵੀ ਬਹੁਤ ਮੈਟਰ ਕਰਨ ਲੱਗ ਗਏ ਨੇ। ਅਸੀਂ ਅਕਸਰ ਗਾਇਕਾਂ ਨੂੰ ਸਵਾਲ ਕਰਦੇ ਹੁੰਦੇ ਸੀਗੇ ਕਿ ਤੁਹਾਡੇ ਲਈ ਵਿਊਜ਼ ਕਿੰਨੇ ਮਾਇਨੇ ਰੱਖਦੇ ਨੇ। ਸੋ ਮੈਨੂੰ ਲੱਗਦਾ ਵਿਊਜ਼ ਵਾਲੀ ਗੇਮ ਸਿਰਫ ਮਿਊਜ਼ਿਕ ਜਾਂ ਫਿਲਮ ਇੰਡਸਟਰੀ ਤੱਕ ਨਹੀਂ ਰਹਿ ਗਈ, ਇਹ ਹੁਣ ਮੀਡੀਆ ਇੰਡਸਟਰੀ ਦੇ ਉੱਪਰ ਵੀ ਬਹੁਤ ਭਾਰੀ ਪੈ ਚੁੱਕੀ ਆ। ਸੋ ਉਹਨਾਂ ਵਿਊਜ਼ ਦੇ TRP ਦੇ ਚੱਕਰਾਂ 'ਚ ਅਸੀਂ ਬਹੁਤ ਕੁਛ ਇੱਦਾਂ ਦਾ ਕਰ ਰਹੇ ਹਾਂ ਜਿਹੜਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਸੋ ਅੱਜ ਇਸੇ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਭੈਣ ਰੁਪਿੰਦਰ ਸੰਧੂ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ। ਜੀ ਆਇਆਂ ਨੂੰ। ਥੈਂਕ ਯੂ। ਕੀ ਹਾਲ ਆ? ਬਹੁਤ ਵਧੀਆ। ਮੈਨੂੰ ਕਦੇ ਕਦੇ ਆਪਣੇ ਇਸ ਪ੍ਰੋਫੈਸ਼ਨ 'ਤੇ ਮਾਣ ਵੀ ਹੁੰਦਾ ਹੈ ਕਿ ਸ਼ੁਕਰ ਅਸੀਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ। ਜਦੋਂ ਲੋਕ ਆ ਕੇ ਕਹਿੰਦੇ ਨੇ ਕਿ ਤੁਹਾਡਾ ਕੰਮ ਚੰਗਾ ਲੱਗਦਾ, ਜਾਂ ਤੁਹਾਡੇ ਗੱਲ 'ਤੇ ਗੱਲ ਪ੍ਰੋਗਰਾਮ ਤੋਂ ਅਸੀਂ ਸਿੱਖਦੇ ਹਾਂ, ਜਾਂ ਅਸੀਂ ਬੀ ਸੋਸ਼ਲ ਦਾ ਕੰਟੈਂਟ ਹੀ ਸਿਰਫ ਦੇਖਦੇ ਹਾਂ, ਜਾਂ ਸਾਡੇ ਘਰੇ ਸਿਰਫ ਬੀ ਸੋਸ਼ਲ ਹੀ ਚੱਲਦਾ। ਇੱਕ ਤੇ ਉਹ ਰੀਜ਼ਨ, ਤੇ ਇੱਕ ਮੈਨੂੰ ਲੱਗਦਾ ਹੁੰਦਾ ਕਿ ਆਪਣੇ ਪ੍ਰੋਫੈਸ਼ਨ ਦੇ ਜ਼ਰੀਏ ਸ਼ਾਇਦ ਮੇਰਾ ਨਜ਼ਰੀਆ ਹੋਰ ਖੁੱਲ੍ਹਿਆ, ਹੈ ਨਾ। ਅਤੇ ਬਹੁਤ ਸਾਰੇ ਇੱਦਾਂ ਦੇ ਲੋਕਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਜਿਹਦੇ ਨਾਲ ਤੁਹਾਡੀ ਸੋਚ ਬਦਲੀ, ਤੁਹਾਨੂੰ ਲੱਗਿਆ ਕਿ ਤੁਹਾਡੀ ਸ਼ਖਸੀਅਤ ਦੇ ਵਿੱਚ ਹੋਰ ਨਿਖਾਰ ਆਇਆ। ਤਾਂ ਮੈਨੂੰ ਲੱਗਦਾ ਜੇ ਮੈਂ ਮੀਡੀਆ 'ਚ ਕੰਮ ਨਾ ਕਰਦੀ ਹੁੰਦੀ ਤਾਂ ਮੈਨੂੰ ਉਹ ਮੌਕਾ ਕਦੇ ਨਹੀਂ ਸੀ ਮਿਲਣਾ, ਹੈ ਨਾ। ਪਰ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਵੀ ਹੁੰਦੀ ਹੈ ਕਿ ਅਸੀਂ ਉਸ ਮੀਡੀਆ ਦੇ ਨਾਲ ਜੁੜੇ ਹੋਏ ਹਾਂ, ਉਸ ਇੱਕ ਕਿੱਤੇ ਦੇ ਨਾਲ ਜੁੜੇ ਹੋਏ ਹਾਂ ਜਿਹਦੇ 'ਤੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਭਰੋਸਾ ਕਰਨਾ ਬਹੁਤ ਔਖਾ, ਜਾਂ ਭਰੋਸਾ ਦਿਵਾਉਣਾ ਬਹੁਤ ਔਖਾ ਹੋ ਗਿਆ, ਹੈ ਨਾ। ਕਿਉਂਕਿ ਅਸੀਂ ਆਪਣਾ ਕੰਮ ਉਨੀ ਇਮਾਨਦਾਰੀ ਦੇ ਨਾਲ, ਉਨੀ ਤਨਦੇਹੀ ਦੇ ਨਾਲ, ਜਾਂ ਸਿਰਫ ਪੱਤਰਕਾਰੀ ਨੂੰ ਸਮਝ ਕੇ ਪੱਤਰਕਾਰੀ ਨਹੀਂ ਕਰ ਰਹੇ ਹੈਗੇ, ਹੈ ਨਾ। ਜਦੋਂ ਇਹ ਖਾਸ ਤੌਰ 'ਤੇ ਕਿਹਾ ਜਾਂਦਾ, ਕੱਲ੍ਹ ਪਰਸੋਂ ਵੀ ਹਰਪ੍ਰੀਤ ਭਾਜੀ ਉਹਨਾਂ ਨੇ ਇਹ ਚੀਜ਼ ਲਿਖੀ ਸੀ, ਜਦੋਂ ਅਸੀਂ ਪੱਤਰਕਾਰੀ ਦੀ ਪੜ੍ਹਾਈ ਕਰਦੇ ਸੀ ਤਾਂ ਸਾਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ ਸੀ ਕਿ ਪੱਤਰਕਾਰੀ 'ਚ ਜਦੋਂ ਤੁਸੀਂ ਆਉਂਦੇ ਹੋ ਨਾ, ਤੁਸੀਂ ਕੀ ਕਰਨਾ ਇਹ ਭਾਵੇਂ ਨਾ ਤੁਹਾਨੂੰ ਪਤਾ ਹੋਵੇ, ਪਰ ਤੁਸੀਂ ਕੀ ਨਹੀਂ ਕਰਨਾ ਇਹ ਤੁਹਾਨੂੰ ਜ਼ਰੂਰ ਹੀ ਪਤਾ ਹੋਣਾ ਚਾਹੀਦਾ। ਇਹ ਪਤਾ ਹੋਣਾ ਤਾਂ ਬੇਹੱਦ ਜ਼ਰੂਰੀ ਆ ਤੁਹਾਡੇ ਲਈ, ਹੈ ਨਾ। ਸੋ ਮੈਨੂੰ ਲੱਗਦਾ ਕਿ ਅੱਜ ਜਿਹੜੀ ਪੱਤਰਕਾਰੀ ਹੋ ਰਹੀ ਆ, ਮੈਂ ਕਿਸੇ ਨੂੰ ਨਹੀਂ ਕਹਿ ਰਹੀ, ਮੈਂ ਵਿੱਚੇ ਆਪਾਂ ਨੂੰ ਵੀ ਗਿਣ ਰਹੀ ਹਾਂ, ਹੋ ਸਕਦਾ ਆਪਾਂ ਵੀ ਇੱਕੋ ਤਰ੍ਹਾਂ ਦੀ ਪੱਤਰਕਾਰੀ ਕਰ ਰਹੇ ਹੋਈਏ, ਪਰ ਅੱਜ ਜਿਹੜੀ ਪੱਤਰਕਾਰੀ ਹੋ ਰਹੀ ਹੈ ਨਾ, ਉਹਦੇ 'ਚ ਬਹੁਤੀ ਪੱਤਰਕਾਰੀ ਉਹ ਹੋ ਰਹੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ, ਜਿਹਦੇ ਬਾਰੇ ਸਾਨੂੰ ਪਤਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ, ਪਰ ਅਸੀਂ ਉਹੀ ਚੀਜ਼ਾਂ ਹੀ ਕਰ ਰਹੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਹੈ ਨਾ। ਸੋ ਜਿੱਥੇ ਲੋਕ ਮਾਣ ਮਹਿਸੂਸ ਕਰਦੇ ਸੀਗੇ, ਇੱਕ ਰੈਪਿਊਟਿਵ ਪ੍ਰੋਫੈਸ਼ਨ ਸਮਝਿਆ ਜਾਂਦਾ ਸੀਗਾ, ਇਹਨੂੰ ਬੜਾ ਮਾਣਯੋਗ ਕਿੱਤਾ ਸਮਝਿਆ ਜਾਂਦਾ ਸੀਗਾ ਵੀ ਜਦੋਂ ਆਪਾਂ ਕਹਿੰਦੇ ਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੁੰਦਾ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਅੱਜ ਨਾ ਹੀ ਤਾਂ ਅਸੀਂ ਚੌਥਾ ਥੰਮ ਕਹਾਉਣ ਦੇ ਲਾਇਕ ਰਹੇ ਹਾਂ, ਤਾਂ ਮੈਨੂੰ ਲੱਗਦਾ ਕਿ ਨਾ ਹੀ ਅਸੀਂ ਇਸ ਕਿੱਤੇ ਨੂੰ ਇੰਨਾ ਸਤਿਕਾਰਯੋਗ ਛੱਡਿਆ ਵੀ ਲੋਕੀ ਸਾਡੇ ਉੱਪਰ ਯਕੀਨ ਕਰ ਸਕਣ, ਜਾਂ ਫਿਰ ਅਸੀਂ ਲੋਕਾਂ ਦੇ ਲਈ ਕੋਈ ਕੰਮ ਸਮਾਜ 'ਚ ਰਹਿ ਕੇ ਕਰ ਸਕੀਏ। ਬਿਲਕੁਲ ਗੁਰਦੀਪ, ਮੈਨੂੰ ਇੱਕ ਚੀਜ਼ ਤਾਂ ਨਾ ਜਦੋਂ ਤੁਸੀਂ ਗੱਲ ਕਰ ਰਹੇ ਸੀ ਉਦੋਂ ਯਾਦ ਆ ਰਹੀ ਸੀਗੀ ਕਿ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤਾਂ ਨਾ ਲੋਕਾਂ ਨੂੰ ਇੱਕ ਚੀਜ਼ ਦਾ ਫਾਸਲਾ ਪਤਾ ਹੋਣਾ ਚਾਹੀਦਾ ਕਿ ਪ੍ਰੈਜ਼ੈਂਟਰ ਅਤੇ ਜਰਨਲਿਸਟ ਦੋਨਾਂ 'ਚ ਬਹੁਤ ਫਰਕ ਹੁੰਦਾ ਹੈ ਨਾ। ਤੁਸੀਂ ਜਰਨਲਿਜ਼ਮ ਪੜ੍ਹਿਆ, ਤੁਸੀਂ ਜਰਨਲਿਸਟ ਹੋ, ਹੈ ਨਾ। ਮੈਂ ਜਰਨਲਿਜ਼ਮ ਨਹੀਂ ਪੜ੍ਹਿਆ, ਤਾਂ ਮੈਂ ਸਿਰਫ ਕਿਸੇ ਚੀਜ਼ ਨੂੰ ਪ੍ਰੈਜ਼ੈਂਟ ਕਰ ਸਕਦੀ ਹਾਂ, ਹੈ ਨਾ। ਅਤੇ ਜਦੋਂ ਮੈਨੂੰ ਇਹ ਫਾਸਲਾ ਨਹੀਂ ਪਤਾ ਹੋਊਗਾ ਤਾਂ ਮੈਨੂੰ ਸੱਚੀ ਉਹ ਗੱਲ ਨਹੀਂ ਪਤਾ ਹੋਊਗੀ ਕਿ ਮੈਂ ਕੀ ਦਿਖਾ ਸਕਦੀ ਹਾਂ
ਉਸ ਤੋਂ ਜ਼ਿਆਦਾ ਮੈਨੂੰ ਇਹ ਸਿੱਖਣ ਦੀ ਲੋੜ ਆ ਕਿ ਮੈਂ ਕੀ ਨਹੀਂ ਦਿਖਾ ਸਕਦੀ ਹੈ ਨਾ। ਤੇ ਹੁਣ ਜਿਹੜੇ ਮਤਲਬ ਲੋਕ ਆਮ ਭਾਸ਼ਾ 'ਚ ਲੋਕ ਪੱਤਰਕਾਰ ਹੀ ਕਹਿੰਦੇ ਨੇ, ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ 'ਚ ਪੱਤਰਕਾਰ ਮਤਲਬ 20% ਵੀ ਨਹੀਂ ਹੈਗੇ ਹੈ ਨਾ। ਬਹੁਤ ਸਾਰੇ ਉਹੀ ਲੋਕ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਦੇ ਹਾਂ ਵੀ ਪਹਿਲਾਂ ਉਹਨਾਂ ਨੇ ਬਲੌਗਸ ਬਣਾਉਣੇ ਸ਼ੁਰੂ ਕੀਤੇ ਸੀ ਹੈ ਨਾ, ਫਿਰ ਉਹਨਾਂ ਨੂੰ ਲੱਗਿਆ ਕਿ ਮੈਂ ਤਾਂ ਕਿਸੇ ਵੀ ਚੀਜ਼ 'ਤੇ ਬਲੌਗ ਬਣਾ ਸਕਦਾ ਹੈ ਨਾ, ਅਤੇ ਫਿਰ ਉਹਨੂੰ ਆਪਣੀ ਹੱਦ ਨਹੀਂ ਪਤਾ ਰਹੀ। ਫਿਰ ਉਹਨੂੰ ਲੱਗਦਾ ਹੈ ਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਮੈਂ ਤਾਂ ਉਹਦੇ 'ਤੇ ਵੀ ਬਲੌਗ ਹੀ ਬਣਾ ਰਿਹਾ। ਜਦੋਂ ਜਿਵੇਂ ਕੱਲ੍ਹ ਜਾਂ ਪਰਸੋਂ ਜਿਹੜੀ ਘਟਨਾ ਹੋਈ ਹੈ ਨਾ ਸਿੱਧੂ ਮੂਸੇਵਾਲੇ, ਤਾਂ ਉਹਨੂੰ ਲੱਗਦਾ ਕਿ ਇਹ ਵੀ ਮੇਰੇ ਲਈ ਇੱਕ ਬਲੌਗ ਆ। ਪਰ ਬਲੌਗ ਅਤੇ ਕਿਸੇ ਇਹੋ ਜਿਹੇ ਹਾਦਸੇ ਦੇ ਉੱਪਰ ਤੁਹਾਡੀ ਕਵਰੇਜ ਦੋਨਾਂ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਨਾ। ਇੱਕ ਆਮ ਇਨਸਾਨ ਹੋਣ ਦੇ ਨਾਤੇ ਮੈਂ ਇਸ ਹਾਦਸੇ ਬਾਅਦ ਕਿਵੇਂ ਦੀ ਪ੍ਰਤੀਕਿਰਿਆ ਦਊਂਗੀ, ਮੈਂ ਤੁਹਾਨੂੰ ਇਹੀ ਕਹਿ ਸਕਦੀ ਹਾਂ ਕਿ ਗੁਰਦੀਪ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਹੈ ਨਾ, ਵੀ ਜਾਂ ਆਪਣੇ ਪਰਿਵਾਰਾਂ 'ਚ ਉਸ ਦਿਨ ਕਿਸੇ ਦਾ ਰੋਟੀ ਖਾਣ ਨੂੰ ਦਿਲ ਨਹੀਂ ਕੀਤਾ, ਜਾਂ ਆਪਾਂ ਉਹਦੇ ਮਾਂ ਪਿਓ ਬਾਰੇ ਸੋਚ ਰਹੇ ਸੀ। ਪਰ ਇੱਕ ਜਰਨਲਿਸਟ ਆ ਜਿਹੜਾ ਉਹ ਉਸ ਚੀਜ਼ ਨੂੰ ਇੱਕ ਅਲੱਗ ਨਜ਼ਰੀਏ ਤੋਂ ਦੇਖੂਗਾ ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਅੱਗੇ ਜਰਨਲਿਸਟ ਇਸ ਤਰੀਕੇ ਨਾਲ ਕਵਰੇਜ ਕਰਦੇ ਹੁੰਦੇ ਸੀ ਕਿ ਉਹ ਇਨਫੋਰਮੇਸ਼ਨ ਆ ਜਿਹੜੀ ਬਾਅਦ 'ਚੋਂ ਪੁਲਿਸ ਲਈ ਜਾਂ ਕੋਰਟ ਲਈ ਵੀ ਬਹੁਤ ਜ਼ਿਆਦਾ ਅਹਿਮ ਮੰਨੀ ਜਾਂਦੀ ਸੀਗੀ ਹੈ ਨਾ। ਪਰ ਹੁਣ ਕਵਰੇਜ ਹੁੰਦੀ ਆ, ਪਰ ਉਹ ਹੁੰਦੀ ਇਸੇ ਤਰੀਕੇ ਦੀ ਆ ਕਿ ਵੱਧ ਤੋਂ ਵੱਧ ਵਿਊਜ਼ ਕਿਹਨੂੰ ਆਉਣ ਹੈ ਨਾ। ਅਸੀਂ ਨਾ ਅੱਜ ਕੱਲ੍ਹ ਕਿਸੇ ਦੀ ਮੌਤ ਵੀ ਸਾਡੇ ਲਈ ਖਬਰ ਹੋ ਗਈ। ਦੀਪ ਸਿੱਧੂ ਗਏ ਇਸ ਦੁਨੀਆ ਤੋਂ ਹੈ ਨਾ, ਤਾਂ ਅਸੀਂ ਮਤਲਬ ਮੀਡੀਆ ਨੇ ਉਹ ਚੀਜ਼ਾਂ ਵੀ ਡਿਸਕਸ ਕੀਤੀਆਂ, ਉਹਨਾਂ ਚੀਜ਼ਾਂ 'ਤੇ ਵੀ ਅਸੀਂ ਕਲਿੱਪ ਬਣਾ ਕੇ, ਕਿਉਂਕਿ ਉਸ ਟਾਈਮ ਮੁੱਦਾ ਗਰਮ ਸੀਗਾ। ਤੁਸੀਂ ਦੀਪ ਸਿੱਧੂ 'ਤੇ ਵੈਸੇ ਵੀ ਕੋਈ ਖਾਲੀ ਕਲਿੱਪ ਚਲਾਉਂਦੇ ਨਾ ਉਹ ਚੱਲ ਜਾਣੀ ਸੀ। ਜਿਵੇਂ ਆਪਾਂ ਦੇਖ ਰਹੇ ਹਾਂ ਵੀ ਸਿੱਧੂ ਹੋਰਾਂ ਦਾ ਜਦੋਂ ਉਹ ਮੁੱਕੇ ਨੇ ਤਾਂ ਉਹਨਾਂ ਦੇ ਨਾਂ 'ਤੇ ਕਿਸੇ ਨੇ ਵੈਸੇ ਵੀ ਕੋਈ ਪਿਕਚਰ ਪਾਈ ਆ ਤਾਂ ਬਹੁਤ ਜ਼ਿਆਦਾ ਵਾਇਰਲ ਹੋਈ, ਕਿਉਂਕਿ ਉਹ ਉਸ ਸਮੇਂ ਦਾ ਮੁੱਦਾ ਸੀਗਾ ਹੈ ਨਾ। ਜਾਂ ਉਹ ਚੀਜ਼ ਇੱਦਾਂ ਦੀ ਸੀ ਜਿਹਦੇ ਬਾਰੇ ਲੋਕ ਜ਼ਿਆਦਾ ਸੁਣਨਾ ਉਸ ਟਾਈਮ ਜਾਂ ਜ਼ਿਆਦਾ ਪਤਾ ਕਰਨਾ ਪਸੰਦ ਕਰਦੇ ਸੀ, ਜਾਂ ਉਹਨਾਂ ਨੂੰ ਸਾਨੂੰ ਇਸ ਚੀਜ਼ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਮਿਲੇ ਹੈ ਨਾ, ਕਿਸੇ ਵੀ ਤਰ੍ਹਾਂ ਦੀ ਜੀ ਹੋਵੇ। ਤਾਂ ਮਤਲਬ ਦੀਪ ਸਿੱਧੂ ਹੋਰਾਂ ਦੇ ਉੱਪਰ ਮੀਡੀਆ ਨੇ ਇੰਨੀ ਚਰਚਾ ਕੀਤੀ, ਇੰਨੀਆਂ ਚੀਜ਼ਾਂ ਡਿਸਕਸ ਕੀਤੀਆਂ, ਮਤਲਬ ਜਿਹੜਾ ਉਹਨੂੰ ਜ਼ਿੰਦਗੀ 'ਚ ਕਦੇ ਕੋਈ 10 ਮਿੰਟ ਲਈ ਵੀ ਮਿਲਿਆ ਸੀਗਾ ਉਹਨਾਂ ਦੇ ਮੂੰਹ 'ਚ ਜਾ ਕੇ ਵੀ ਤੁਸੀਂ ਮਾਈਕ ਦੇਈ ਜਾਂਦੇ ਹੋ। ਹਰ ਬੰਦਾ ਇਹ ਕਹਿ ਰਿਹਾ ਸੀਗਾ ਮੇਰੇ ਨਾਲ ਉਹਦੀ ਆਖਰੀ ਗੱਲ ਹੋਈ, ਮੇਰੇ ਨਾਲ ਉਹਦੀ ਆਖਰੀ ਗੱਲ ਹੋਈ, ਮੇਰੇ ਨਾਲ ਉਹਦੀ ਆਖਰੀ ਗੱਲ ਹੋਈ ਹੈ ਨਾ। ਗਏ ਬੰਦੇ ਦਾ ਦੁੱਖ ਸਾਨੂੰ ਭੁੱਲ ਜਾਂਦਾ, ਪਰ ਉੱਥੇ ਸਾਨੂੰ ਇਹ ਜ਼ਰੂਰੀ ਲੱਗਣ ਲੱਗ ਜਾਂਦਾ ਕਿ ਮੈਂ ਇਹ ਦੱਸ ਕੇ ਵੱਡਾ ਬਣਾ ਵੀ ਉਹ ਬੰਦਾ ਮੇਰੇ ਨੇੜੇ ਸੀਗਾ, ਮੈਨੂੰ ਜਾਣਦਾ ਸੀ ਹੈ ਨਾ। ਤਾਂ ਉੱਥੇ ਮੈਂ ਹਰਪ੍ਰੀਤ ਭਾਜੀ ਉਹਨਾਂ ਦਾ ਵੀ ਦੁਬਾਰਾ ਜ਼ਿਕਰ ਕਰੂੰ, ਉਹਨਾਂ ਨੇ ਇੱਕ ਪੋਸਟ ਲਿਖੀ ਸੀਗੀ ਕਿ ਹਰ ਕੋਈ ਆਪਣੇ ਹਿੱਸੇ ਦਾ ਦੀਪ ਸਿੱਧੂ ਵੇਚੀ ਜਾਂਦਾ ਆ ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਨਾ ਮੌਤ ਦੀ ਸੈਂਸਿਟੀਵਿਟੀ ਨੂੰ ਵੀ ਖ਼ਤਮ ਕਰਤਾ। ਵੀ ਮਤਲਬ ਸਾਡੇ ਲਈ ਆਪਾਂ ਕਹਿੰਦੇ ਕਿ ਮੌਤ ਤੋਂ ਵੱਡੀ ਕੋਈ ਚੀਜ਼ ਨਹੀਂ, ਆਪਾਂ ਕਹਿੰਦੇ ਮੌਤ ਤੋਂ ਵੱਡਾ ਕੋਈ ਡਰ ਨਹੀਂ ਹੈ ਨਾ, ਜਾਂ ਮੌਤ ਤੋਂ ਵੱਡੀ ਕੋਈ ਮਾੜੀ ਖਬਰ ਨਹੀਂ ਹੋ ਸਕਦੀ। ਸਾਨੂੰ ਉਹ ਚੀਜ਼ ਵੀ ਨਿੱਕੀ ਲੱਗਣ ਲੱਗ ਗਈ। ਕਿਉਂਕਿ ਸਾਨੂੰ ਮੌਤ ਦੇ ਵਿੱਚ ਵੀ ਇੰਟਰਟੇਨਮੈਂਟ ਦਿਸਣ ਲੱਗ ਗਿਆ। ਕਦੇ ਕਿਤੋਂ ਕੁਛ ਸੁਣ ਲਿਆ, ਕਦੇ ਕਿਤੋਂ ਕੁਛ ਸੁਣ ਲਿਆ, ਮਸਾਲੇਦਾਰ ਚੀਜ਼ਾਂ ਅਸੀਂ ਲਾ ਕੇ ਦੇਈ ਜਾਂਦੇ ਹਾਂ ਹੈ ਨਾ। ਮਤਲਬ ਈਵਨ ਜਰਨਲਿਜ਼ਮ ਦੇ ਐਥਿਕਸ ਤਾਂ ਇਹ ਕਹਿੰਦੇ ਨੇ ਕਿ ਕਿਸੇ ਦੀ ਤੁਸੀਂ ਡੈੱਡ ਬੋਡੀ ਨਹੀਂ ਦਿਖਾ ਸਕਦੇ, ਪਰ ਅਸੀਂ ਕੀ ਕਰ ਰਹੇ ਹਾਂ, ਸਾਡੇ ਹੀ ਚੈਨਲ ਆਮ ਬੰਦਾ ਭਾਵੇਂ ਉਸ ਫੋਟੋ ਨੂੰ ਪਾਉਣ ਤੋਂ ਪਰਹੇਜ਼ ਕਰਦਾ ਹੋਵੇ, ਪਰ ਸਾਡੇ ਚੈਨਲ ਮਤਲਬ ਜਾ ਕੇ ਉਹ ਥਾਵਾਂ ਲੱਭਦੇ ਨੇ ਜਿੱਥੋਂ ਤੁਸੀਂ ਮਰੇ ਹੋਏ ਬੰਦੇ ਦਾ ਚਿਹਰਾ ਚੰਗੀ ਤਰ੍ਹਾਂ ਲੋਕਾਂ ਨੂੰ ਦਿਖਾ ਸਕੋ ਹੈ ਨਾ। ਸੋ ਜਿੱਥੇ ਅਸੀਂ ਇੰਨਾ ਕੁਛ ਕਰ ਰਹੇ ਹਾਂ, ਗਵਰਨਮੈਂਟ ਇੰਨਾ ਕੁਛ ਕਰ ਰਹੀ ਹੈ, ਤਾਂ ਮੈਨੂੰ ਲੱਗਦਾ ਹੁੰਦਾ ਕਿ ਜਰਨਲਿਜ਼ਮ ਦੇ ਉੱਪਰ ਵੀ ਫਿਲਟਰ ਇੱਕ ਲੱਗਣਾ ਚਾਹੀਦਾ। ਬਿਲਕੁਲ ਬਹੁਤ ਸਾਰੇ ਚੈਨਲ ਵੀ ਖਤਮ ਕੀਤੇ ਜਾਣੇ ਚਾਹੀਦੇ ਨੇ ਜਿਨ੍ਹਾਂ ਦੀ ਕੋਈ ਭਰੋਸੇਯੋਗਤਾ ਨਹੀਂ ਹੈ, ਜਿਹੜੇ ਕਿ ਸਮਾਜ ਨੂੰ ਕੋਈ ਕੰਟਰੀਬਿਊਸ਼ਨ ਨਹੀਂ ਦੇ ਰਹੇ ਹੈ, ਜਿਨ੍ਹਾਂ ਦਾ ਬੋਲੀ ਦੇ ਉੱਪਰ ਕੋਈ ਕੰਮ ਨਹੀਂ, ਜਾਂ ਕਿ ਮਤਲਬ ਉਹਨਾਂ ਦਾ ਹੈ ਹੀ ਕੰਟਰੀਬਿਊਸ਼ਨ ਕੁਛ ਨਹੀਂ ਹੈਗਾ। ਠੀਕ ਆ, ਜਦੋਂ ਆਪਾਂ ਕੋਈ ਚੈਨਲ ਚਲਾਉਂਦੇ ਹਾਂ ਤਾਂ ਉੱਥੇ ਸਭ ਤੋਂ ਜ਼ਿਆਦਾ ਜ਼ਰੂਰੀ ਪੈਸਾ ਹੁੰਦਾ। ਕਿਉਂਕਿ ਜੋ ਜਿਵੇਂ ਹੁਣ ਆਪਣੇ ਕੈਮਰੇ ਹੀ ਨੇ, ਜਾਂ ਆਪਾਂ ਇੱਕ ਪ੍ਰੋਗਰਾਮ ਦੀ ਜੇ ਆਪਾਂ ਪ੍ਰੋਡਕਸ਼ਨ ਕੱਢਣੀ ਹੋਵੇ ਹੈ ਨਾ, ਤਾਂ ਇਹ ਹਜ਼ਾਰਾਂ 'ਚ ਲੱਖਾਂ 'ਚ ਵੀ ਜਾ ਸਕਦੇ ਜੇ ਤੁਸੀਂ ਵਧੀਆ ਕੁਆਲਿਟੀ ਕੱਢਦੇ ਹੋ। ਸੋ ਉਹ ਚੀਜ਼ਾਂ ਨੂੰ ਚੱਲਦੇ ਰੱਖਣ ਲਈ ਤੁਹਾਡੇ ਲਈ ਪੈਸਾ ਜ਼ਰੂਰੀ ਹੁੰਦਾ, ਪਰ ਮੈਨੂੰ ਲੱਗਦਾ ਹੁੰਦਾ ਕਿ ਸੰਤੁਲਨ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਰੋ, ਉਹ ਚੀਜ਼ਾਂ ਤੁਸੀਂ ਕਰੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਵਾਇਰਲ ਹੋ ਸਕਦੀਆਂ ਨੇ, ਪਰ ਉਹਦੇ ਵਿੱਚ ਵੀ ਮੈਨੂੰ ਲੱਗਦਾ ਇੱਕ ਲਾਈਨ ਤਾਂ ਹੋਣੀ ਚਾਹੀਦੀ ਹੈ ਨਾ ਵੀ ਇੱਦੋਂ ਨਹੀਂ ਅਸੀਂ ਟੱਪ ਸਕਦੇ ਹੈਗੇ ਹੈ ਨਾ। ਵੀ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਸਮਾਜ ਨੂੰ ਉਹ ਚੀਜ਼ਾਂ ਦਈਏ ਜਿਹੜੀਆਂ ਕਿ ਜੇ ਉਹਨਾਂ ਨੂੰ ਗਾਈਡ ਨਹੀਂ ਕਰ ਰਹੀਆਂ ਤਾਂ ਉਹਨਾਂ ਨੂੰ ਮਿਸਗਾਈਡ ਵੀ ਨਾ ਕਰਨ ਹੈ ਨਾ। ਮੈਨੂੰ ਲੱਗਦਾ ਹੁੰਦਾ ਕਿ ਮੀਡੀਆ ਦੇ ਉੱਪਰ ਕਿਉਂ ਨਹੀਂ, ਜਦ ਫਿਲਮਾਂ ਦੇ ਲਈ ਸੈਂਸਰ ਬਣ ਸਕਦਾ, ਸਿਨੇਮੇ ਲਈ ਸੈਂਸਰ ਬਣ ਸਕਦਾ ਹੈ ਨਾ, ਤਾਂ ਮੀਡੀਆ ਦੇ ਲਈ ਸੈਂਸਰ ਕਿਉਂ ਨਹੀਂ ਹੈਗਾ।
ਬਿਲਕੁਲ ਕੋਈ ਸਾਡੇ ਇਦਾਂ ਦੀ ਆਰਗੇਨਾਈਜੇਸ਼ਨ ਨਹੀਂ, ਕੋਈ ਕਿਸੇ ਨੂੰ ਬਹੁਤ ਸਾਰੇ ਆਰਟਿਸਟਾਂ ਨੂੰ ਵੀ ਕਈ ਵਾਰੀ ਜਦੋਂ ਆਪਣੇ ਨਾਲ ਮਤਲਬ ਕਿਸੇ ਦੀ ਜੇ ਕੋਈ ਗੱਲ ਹੁੰਦੀ ਹੈ ਤਾਂ ਆਪਾਂ ਬਾਅਦ ਚੋਂ ਡਿਸਕਸ ਕਰਦੇ ਹਾਂ ਵੀ ਆਰਟਿਸਟ ਇੰਟਰਵਿਊ ਦੇ ਕੇ ਆਇਆ, ਉਹਨੇ ਪਤਾ ਨਹੀਂ ਇੰਟਰਵਿਊ 'ਚ ਉਹ ਗੱਲ ਕਹੀ ਜਾਂ ਨਹੀਂ ਕਹੀ, ਪਰ ਕਈ ਵਾਰ ਕੈਪਸ਼ਨ ਇਦਾਂ ਦਾ ਹੁੰਦਾ ਨਾ, ਜਿਵੇਂ ਬਿੰਦੂ ਬਰਾੜ ਮੈਮ ਹੋਰਾਂ ਦੀ ਇੱਕ ਇੰਟਰਵਿਊ ਸੀਗੀ, ਤਾਂ ਮਤਲਬ ਇੰਟਰਵਿਊ ਲੈਣ ਵਾਲੇ ਨੂੰ ਜਾਂ ਫਿਰ ਜਿਹਨੇ ਇੰਟਰਵਿਊ ਪਬਲਿਸ਼ ਕਰਵਾਈ, ਜਿਹਨੇ ਉਹਦਾ ਥੰਬਨੇਲ ਬਣਾਇਆ, ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਸੀਗੀ ਕਿ ਤੁਸੀਂ ਕਿੱਡੀ ਘਟੀਆ ਲਾਈਨ ਉਸ ਇੱਕ ਔਰਤ ਦੇ ਲਈ ਲਿਖੀ ਜਿਹਦਾ ਪਤੀ ਚਲਿਆ ਗਿਆ, ਹੈ ਨਾ। ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੇ ਜਾਣ ਤੋਂ ਮਗਰੋਂ ਦੇਖੋ ਉਹਨਾਂ ਨੇ ਕੀ ਕੰਮ ਸ਼ੁਰੂ ਕੀਤਾ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਚੀਜ਼ਾਂ ਨੂੰ ਹਟਵਾਓ, ਕਿਉਂ ਨਹੀਂ ਹਟਵਾਉਂਦੇ ਹੈਗੇ, ਹੈ ਨਾ। ਮੈਨੂੰ ਲੱਗਦਾ ਹੁੰਦਾ ਕਿ ਮੀਡੀਆ ਦੇ ਲਈ ਕਿਸੇ ਦੀ ਮੌਤ ਵੀ ਸਿਰਫ ਇੱਕ ਖਬਰ ਆ ਤੇ ਉਹਨਾਂ ਦਾ ਬਿਜ਼ਨਸ ਰਹਿ ਗਈ ਹੈ, ਹੈ ਨਾ। ਬਿਲਕੁਲ, ਦੇਖੋ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਵੀ ਕੁਝ ਕੁ ਸ਼ਬਦ ਨੇ ਨਾ ਜਿਹੜੇ ਉਹ ਖਾਸ ਚੀਜ਼ਾਂ ਲਈ ਹੀ ਵਰਤੇ ਜਾਂਦੇ ਨੇ, ਹੈ ਨਾ। ਜਦੋਂ ਕੋਈ ਚੀਜ਼ ਆ ਜਿਹ 'ਚ ਲੱਗੂਗਾ, ਮੈਂ ਤੁਹਾਨੂੰ ਇੰਟਰਵਿਊ ਕੀਤਾ, ਮੈਨੂੰ ਲੱਗਿਆ ਕਿ ਇਹ 'ਚ ਮਸਾਲੇਦਾਰ ਤਾਂ ਕੁਝ ਵੀ ਨਹੀਂ ਸੀ, ਹੈ ਨਾ। ਫਿਰ ਮੈਂ ਮਤਲਬ ਕੋਸ਼ਿਸ਼ ਕਰੂੰ ਵੀ ਜੇ ਚੀਜ਼ ਚੱਲਣੀ ਆ ਤਾਂ ਫਿਰ ਇਹਨੂੰ ਆਪਣੇ ਢੰਗ ਨਾਲ ਘੜ ਲਿਆ ਜਾਵੇ, ਹੈ ਨਾ। ਇੱਕ ਨਾਰਮਲ ਤੋਂ ਨਾਰਮਲ ਖਬਰ ਵੀ, ਜਿਵੇਂ ਮੰਨ ਲਓ ਕਿਸੇ ਪਿਓ ਧੀ ਨਾਲ ਵੀ ਜਾਂਦੇ ਹੋਏ ਹਾਦਸਾ ਹੋ ਜਾਂਦਾ, ਤਾਂ ਥੰਬਨੇਲ ਉਹਦੇ 'ਚ ਇੱਦਾਂ ਦਾ ਹੁੰਦਾ ਵੀ ਲੋਕ ਲਿਖਣਗੇ ਵੀ ਪਿਓ ਨੇ ਧੀ ਨਾਲ ਕੀਤਾ ਐਵੇਂ ਦਾ ਕਾਂਡ, ਹੈ ਨਾ। ਕਾਂਡ ਸ਼ਬਦ ਆਪਾਂ ਕਿਸ ਚੀਜ਼ ਲਈ ਵਰਤਦੇ ਹੁੰਦੇ ਸੀਗੇ? ਦੋਸ਼ੀ, ਕਥਿਤ ਦੋਸ਼ੀ, ਇਹਨਾਂ ਦੋਨਾਂ ਸ਼ਬਦਾਂ ਨੂੰ ਕਿੱਥੇ ਤੇ ਕਿਵੇਂ ਵਰਤਣਾ, ਇਹਦੀ ਵੀ ਇੱਕ ਆਪਣੀ ਫਿਲਾਸਫੀ ਆ, ਤੇ ਉਹ ਸਾਨੂੰ ਪਤਾ ਹੀ ਨਹੀਂ ਹੈਗਾ। ਅਸੀਂ ਹਰ ਇੱਕ ਨੂੰ ਹੀ ਦੋਸ਼ੀ, ਹਰ ਇੱਕ ਨੂੰ ਹੀ ਕਥਿਤ ਦੋਸ਼ੀ। ਸਾਨੂੰ ਇਹ ਚੀਜ਼ ਲੱਗਦੀ ਹੈ ਕਿ ਮਤਲਬ ਜਿੰਨਾ ਚਿਰ ਉਹ 'ਚ ਗੰਦ ਨਾ ਭਰਿਆ ਜਾਵੇ ਤਾਂ ਉਹਨੂੰ ਲੋਕ ਖੋਲਣਗੇ ਨਹੀਂ ਉਸ ਚੀਜ਼ ਨੂੰ, ਹੈ ਨਾ। ਤੇ ਉਹ ਇੰਨਾ ਜ਼ਿਆਦਾ ਘਟੀਆ ਪੱਧਰ 'ਤੇ ਆ ਗਏ ਹਾਂ ਅਸੀਂ ਉਸ ਚੀਜ਼ ਲਈ ਵੀ ਅਸੀਂ ਹੁਣ ਨਾਰਮਲ ਚੀਜ਼ ਨੂੰ ਵੀ ਜਿੰਨਾ ਚਿਰ ਇਹੋ ਜਿਹੇ ਥੰਬਨੇਲ ਨਹੀਂ ਦਿੰਦੇ ਤਾਂ ਮੈਨੂੰ ਲੱਗਦਾ ਵੀ ਸਾਨੂੰ ਵਹਿਮ ਹੋ ਗਿਆ ਕਿ ਲੋਕ ਇਹਨੂੰ ਵੇਖ ਨਹੀਂ ਰਹੇ। ਅੱਗੇ ਅਖਬਾਰ 'ਚ ਇੱਕ ਕਤਲ ਦੀ ਖਬਰ ਪੜ੍ਹ ਕੇ ਵੀ ਤੁਹਾਡਾ ਮਤਲਬ ਮਨ ਦਹਿਲ ਜਾਂਦਾ ਹੁੰਦਾ ਸੀ, ਹੈ ਨਾ। ਹੁਣ ਕਿਸੇ ਦੇ 5 ਜਣਿਆਂ ਦੇ ਮਰਨ ਦੀ, 10 ਜਣਿਆਂ ਦੇ ਮਰਨ ਦੀ ਖਬਰ ਵੀ ਤੁਹਾਨੂੰ ਸਹਿਜ ਲੱਗਣ ਲੱਗ ਗਈ। ਕਿਉਂ ਲੱਗਣ ਲੱਗ ਗਈ? ਕਿਉਂਕਿ ਉਸ ਤੋਂ ਘਟੀਆ ਪੱਧਰ ਦੀਆਂ ਖਬਰਾਂ ਤੁਸੀਂ ਰੋਜ਼ ਮੀਡੀਆ 'ਚ ਦੇਖ ਰਹੇ ਹੋ ਜਿਹੜੀਆਂ ਸਾਡੇ ਫੋਨ 'ਚ ਹੁੰਦੀਆਂ ਨੇ, ਹੈ ਨਾ। ਹੁਣ ਆਪਾਂ ਜੇ ਇਸੇ ਇੱਕ ਮੁੱਦੇ ਦੀ, ਜਿਵੇਂ ਤੁਸੀਂ ਕਿਹਾ ਦੀਪ ਸਿੱਧੂ ਵਾਲੀ, ਹੈ ਨਾ, ਕਵਰੇਜ ਕਿਸ ਤਰੀਕੇ ਨਾਲ ਹੋਈ, ਲੋਕਾਂ ਨੇ ਉਦੋਂ ਹੀ ਲੱਭ ਲਿਆ ਰੀਨਾ ਰਾਏ ਕੌਣ ਆ, ਫਲਾਣਾ ਕੌਣ ਸੀ, ਉਹ ਕੌਣ ਸੀ, ਉਹਦਾ ਪਾਸਟ ਕੀ ਸੀ, ਉਹਦੀ ਘਰ ਵਾਲੀ ਕਿੱਥੇ ਸੀ, ਜਦ ਕਿ ਹਾਦਸੇ ਦੀ ਕਵਰੇਜ ਬਹੁਤ ਜ਼ਿਆਦਾ ਜ਼ਰੂਰੀ ਸੀ, ਹੈ ਨਾ। ਆਪਣੇ ਆਪਣੇ ਢੰਗ ਨਾਲ ਸਾਰੇ ਲੋਕ ਲੱਗ ਗਏ। ਹੁਣ ਕੀ ਹੋਇਆ ਸੀਗਾ, ਹਾਦਸਾ ਹੋਇਆ, ਤੁਸੀਂ ਉਹਨੂੰ ਦਿਖਾ ਸਕਦੇ ਹੋ ਵੀ ਆਹ ਹੋਇਆ ਬੰਦੇ ਨਾਲ, ਇੱਦਾਂ ਇੰਨੀਆਂ ਗੋਲੀਆਂ ਵੱਜੀਆਂ ਜਾਂ ਆਹ ਚੀਜ਼, ਹੈ ਨਾ। ਕੋਈ ਚਾਹੁੰਦਾ ਹੈ ਕਿ ਉਹਦੇ ਘਰ ਦੇ ਕੁੱਤੇ ਵੀ ਦਿਖਾ ਦਈਏ, ਹੈ ਨਾ, ਉਹਦੇ ਘਰ 'ਚ ਖੜੀ ਮਸ਼ੀਨਰੀ ਨੂੰ ਵੀ ਅਸੀਂ ਕਵਰ ਕਰ ਲਈਏ। ਕੀ ਕਰ ਲਈਏ ਕਿ ਇੱਕ ਇੱਕ ਮਿੰਟ ਬਾਅਦ ਅਸੀਂ ਲੋਕਾਂ ਨੂੰ ਕੁਛ ਨਾ ਕੁਛ ਨਵਾਂ ਦਿੰਦੇ ਰਹੀਏ ਜਿਹਦੇ ਨਾਲ ਕਿਤੇ ਅਸੀਂ ਨਾ ਰੁਕ ਜਾਈਏ। ਉੱਤੋਂ ਦੀ ਮਤਲਬ ਕੈਪਸ਼ਨ ਵੀ ਇੱਦਾਂ ਦੇ ਹੁੰਦੇ ਨੇ ਵੀ ਪੜ੍ਹਨ ਵਾਲੇ ਬੰਦੇ ਨੂੰ ਵੀ ਸ਼ਰਮ ਆਉਂਦੀ ਆ ਵੀ ਜਿਹਨੇ ਲਿਖਿਆ ਵੀ ਜਾਂ ਤਾਂ ਅਪਾਹਜ ਆ ਦਿਮਾਗ ਤੋਂ, ਹੈ ਨਾ, ਵੀ ਜਾਂ ਉਹਨੂੰ ਪਤਾ ਹੀ ਨਹੀਂ ਹੈ ਵੀ ਉਹ ਦੁਨੀਆ ਦੇ ਵਿੱਚ ਦੁਨੀਆ ਦੇ ਲਈ ਲਿਖ ਰਿਹਾ ਵਾ, ਬਿਲਕੁਲ, ਹੈ ਨਾ। ਤੁਸੀਂ ਦੇਖੋ ਵੀ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਜੇ ਮੈਂ ਆਪਣੇ ਪਰਿਵਾਰ ਬਾਰੇ ਜਾਂ ਕਿਸੇ ਚੀਜ਼ ਵੀ ਬਾਰੇ ਕੁਛ ਇਹੋ ਜਿਹਾ ਜਿਹੜਾ ਮੈਂ ਲੋਕਾਂ ਨੂੰ ਨਹੀਂ ਦਿਖਾ ਰਿਹਾ, ਹੈ ਨਾ, ਤਾਂ ਤੁਹਾਨੂੰ ਵੀ ਮੇਰੀ ਨਿੱਜਤਾ ਦਾ ਉਨਾ ਹੀ ਸਤਿਕਾਰ ਕਰਨਾ ਚਾਹੀਦਾ ਵੀ ਇਹ ਚੀਜ਼ ਇਹਨਾਂ ਦੀ ਨਿੱਜੀ, ਅਸੀਂ ਇਹਨੂੰ ਨਹੀਂ ਦਿਖਾ ਸਕਦੇ। ਲੋਕ ਉਸ ਅਗਲੇ ਘਰ ਤੱਕ ਵੀ ਪਹੁੰਚ ਗਏ ਜਿੱਥੇ ਉਹਦੀ ਗਾਂਹ ਰਿਸ਼ਤੇਦਾਰੀ ਹਲੇ ਬਣਨੀ ਸੀਗੀ, ਹੈ ਨਾ। ਇੱਕ ਬੱਚਾ ਦੁਨੀਆ ਤੋਂ ਤੁਰ ਗਿਆ, ਇੱਕ ਬੱਚੇ ਦਾ ਪੂਰਾ ਭਵਿੱਖ ਹਲੇ ਪਿਆ ਹੈ, ਮਤਲਬ ਤੁਸੀਂ ਉਹਦੀ ਵੀ ਸ਼ਰਮ ਨਹੀਂ ਕਰ ਰਹੇ ਕਿ ਅਸੀਂ ਇਹਨੂੰ ਵਰਤੀਏ ਜਾਂ ਨਾ ਵਰਤੀਏ। ਜੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਫਿਲਮ ਦੇਖੀ ਸੀ ਕਿ ਉਹਦੇ ਵਿੱਚ ਜਦੋਂ ਸਾਰਿਆਂ ਨੂੰ ਲੋਸ ਹੁੰਦਾ ਤਾਂ ਇੱਕ ਬੰਦੇ ਨੂੰ ਪ੍ਰੋਫਿਟ ਹੁੰਦਾ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਹੁਣ ਦੁਨੀਆ ਤੋਂ ਕਿਸੇ ਦਾ ਤੁਰ ਜਾਣਾ ਮੀਡੀਆ ਲਈ ਬਹੁਤ ਵੱਡਾ ਪ੍ਰੋਫਿਟ ਆ, ਅਤੇ ਉਹ ਮੈਨੂੰ ਲੱਗਦਾ ਉਹ ਰੋਜ਼ ਅਰਦਾਸਾਂ ਕਰਦੇ ਹੋਣਗੇ ਕਿ ਕੋਈ ਵੱਡਾ ਬੰਦਾ ਖਾਸ ਤੌਰ 'ਤੇ ਜਿਹਨੂੰ 4 ਲੋਕ ਪਸੰਦ ਕਰਦੇ ਆ, ਜਿਹਨੂੰ 4 ਲੋਕ ਜਾਣਦੇ ਆ, ਉਹ ਦੁਨੀਆ ਤੋਂ ਜਾਵੇ ਤਾਂ ਸਾਡਾ ਜਿਹੜਾ ਮਹੀਨਾ ਹੈ ਤੋਰੀ ਫੁਲਕਾ ਜਿਹੜਾ ਚੰਗੀ ਤਰ੍ਹਾਂ ਚੱਲੇ, ਹੈ ਨਾ। ਪੁਰਾਣੀਆਂ ਕਲਿੱਪ ਕੱਢ ਪਾਉਣੀਆਂ, ਫਿਰ ਇਹੋ ਜਿਹਾ ਕੋਈ ਨਾ ਕੋਈ ਲੱਭੀ ਜਾਣਾ। ਇੰਨੇ ਮੰਨ ਲਓ ਮੇਰੀ ਦੂਰ ਦੀ ਰਿਸ਼ਤੇਦਾਰੀ 'ਚ ਵੀ ਕੋਈ ਦੁਨੀਆ ਤੋਂ ਰੁਖਸਤ ਹੋਊਗਾ ਤਾਂ ਮੈਂ ਸ਼ਾਇਦ 10 ਦਿਨ ਤੁਹਾਡੇ ਨਾਲ ਵੀ ਉਹਦੇ ਬਾਰੇ ਗੱਲ ਨਾ ਕਰ ਸਕਾਂ ਆਰਾਮ ਨਾਲ, ਹੈ ਨਾ। ਅਤੇ ਉਹ ਤੁਸੀਂ ਘੰਟੇ ਬਾਅਦ ਬੰਦੇ ਨੂੰ ਪੁੱਛ ਰਹੇ ਹੋ ਵੀ ਤੇਰਾ ਬੰਦਾ ਇਸ ਦੁਨੀਆ ਤੋਂ ਚਲਿਆ ਗਿਆ, ਤੈਨੂੰ ਕਿਵੇਂ ਲੱਗ ਰਿਹਾ, ਤੂੰ ਇਸ ਵਕਤ ਕਹਿਣਾ ਕੀ ਚਾਹੁੰਦਾ, ਹੈ ਨਾ। ਤੁਹਾਨੂੰ ਲੱਗਦਾ ਕਿ ਉਸ ਵਕਤ ਮਤਲਬ ਕੋਈ ਬੰਦਾ ਕਹਿਣ ਦੇ ਹਾਲਾਤ 'ਚ ਹੁੰਦਾ ਕਿ ਮੈਨੂੰ ਉਸ ਪਲ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਇਹਦੀ ਜਗ੍ਹਾ 'ਤੇ ਮੇਰੇ ਘਰ 'ਚੋਂ ਕੋਈ ਪਰਿਵਾਰ 'ਚੋਂ ਹੁੰਦਾ ਤਾਂ ਕਿ ਮੈਂ ਉੱਥੇ ਖੜੀ ਹੋ ਕੇ ਮਾਈਕ ਦੇ ਅੱਗੇ ਬਾਈਟ ਦੇ ਰਹੀ ਹੁੰਦੀ ਵੀ ਮੈਨੂੰ ਇਹ ਚੀਜ਼ ਲੱਗ ਰਹੀ ਆ, ਹੈ ਨਾ। ਦਿੱਲੀ 'ਚ ਇੱਕ ਛੋਟਾ ਜਿਹਾ ਬੱਚਾ ਮਰਿਆ ਸੀ 7 ਸਾਲ ਦਾ ਸਕੂਲ 'ਚ, ਹੈ ਨਾ।
ਤਾਂ ਨੈਸ਼ਨਲ ਟੈਲੀਵਿਜ਼ਨ ਦੀ ਇੱਕ ਬਹੁਤ ਵੱਡੀ ਐਂਕਰ ਉਹਨੇ ਜਾ ਕੇ ਉਹਦੀ ਮਦਰ ਨੂੰ ਘੰਟੇ ਬਾਅਦ ਸਵਾਲ ਕੀਤਾ ਸੀਗਾ ਕਿ ਤੈਨੂੰ ਕਿਵੇਂ ਲੱਗ ਰਿਹਾ ਹੈ ਨਾ। ਤਾਂ ਉਹਨੇ ਪੁੱਛਿਆ ਸੀ ਕਿ ਤੇਰੇ ਕਿੰਨੇ ਬੱਚੇ ਨੇ? ਉਹ ਕਹਿੰਦੀ ਮੇਰੇ 2। ਉਹ ਕਹਿੰਦੀ ਜਿਵੇਂ ਤੈਨੂੰ ਲੱਗਣਾ ਚਾਹੀਦਾ ਨਾ 2 ਬੱਚਿਆਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ, ਮੈਨੂੰ ਉਵੇਂ ਹੀ ਲੱਗ ਰਿਹਾ ਹੈ ਨਾ। ਕਿਸੇ 'ਚ ਇੰਨਾ ਧੀਰਜ ਨਹੀਂ ਹੁੰਦਾ ਕਿ ਉਹ ਤੁਹਾਡੀ ਗੱਲ ਦਾ ਜਵਾਬ ਦੇ ਸਕੇ, ਪਰ ਅਗਾਂਹ ਜੇ ਤੁਹਾਨੂੰ ਇਹੋ ਜਿਹੇ ਜਵਾਬ ਸੁਣਨੇ ਪੈ ਜਾਣ ਤਾਂ ਸ਼ਾਇਦ ਤੁਸੀਂ ਮਹਿਸੂਸ ਕਰ ਸਕੋ। ਮੈਨੂੰ ਤਾਂ ਇਹੀ ਲੱਗਦਾ ਹੁੰਦਾ ਕਿ ਜਦੋਂ ਕਿਸੇ ਨਾਲ ਪਰਿਵਾਰ 'ਚ ਇਹੋ ਜਿਹਾ ਕੁਝ ਹੁੰਦਾ, ਉੱਥੇ ਸਭ ਤੋਂ ਪਹਿਲਾਂ ਸਟ੍ਰਿਕਟਲੀ ਮੀਡੀਆ ਦੀ ਐਂਟਰੀ ਆ ਜਿਹੜੀ ਉਹ ਬੈਨ ਹੋਣੀ ਚਾਹੀਦੀ ਹੈ। ਤੇ ਜਿਹੜੇ ਪਿੰਡ 'ਚ ਜਿੱਥੇ ਆਪਾਂ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਸਹੁਰਾ ਪਿੰਡ ਬਣਨਾ ਸੀ ਸਿੱਧੂ ਹੋਰਾਂ ਦਾ, ਉਸ ਪਿੰਡ ਨੂੰ ਚਾਹੀਦਾ ਕਿ ਉਹਨਾਂ ਨੂੰ ਲੋਕਾਂ ਦੇ ਨਾਲ ਗੱਲ ਕਰਨ ਨਾਲੋਂ ਉਹਨਾਂ ਨੂੰ ਭਜਾਉਣ ਉੱਥੋਂ, ਹੈ ਨਾ। ਕਿਉਂ ਨਹੀਂ ਤੁਸੀਂ ਕਰ ਰਹੇ ਹੈਗੇ? ਮੈਨੂੰ ਇਹ ਵੀ ਚੀਜ਼ ਪਤਾ ਨਹੀਂ, ਤਾਂ ਸ਼ਾਇਦ ਆਪਾਂ ਉੱਦਾਂ ਦੀ ਪੱਤਰਕਾਰੀ ਨਹੀਂ ਕੀਤੀ ਹੈਗੀ, ਜਾਂ ਹੋ ਸਕਦਾ ਵੀ ਉੱਦਾਂ ਦੀ ਪੱਤਰਕਾਰੀ ਕਰਦੇ ਹੋਏ ਤੁਹਾਡਾ ਸੁਭਾਅ ਥੋੜ੍ਹਾ ਜਿਹਾ ਉੱਦਾਂ ਦਾ ਹੋ ਜਾਂਦਾ। ਜਿਵੇਂ ਡਾਕਟਰਾਂ ਤੋਂ ਆਪਾਂ ਇਹ ਉਮੀਦ ਲਾ ਦਿੰਦੇ ਹਾਂ ਕਿ ਉਹਦਾ ਆਪਦੇ ਮਰੀਜ਼ ਦੇ ਨਾਲ ਕੋਈ ਵੀ ਇਮੋਸ਼ਨਲ ਰਿਲੇਸ਼ਨ ਨਹੀਂ ਹੋ ਸਕਦਾ, ਹੈ ਨਾ। ਹੋ ਸਕਦਾ ਕਿ ਸ਼ਾਇਦ ਇਹਨਾਂ ਦਾ ਕੰਮ ਕਰਦੇ ਹੋਏ ਮਨ ਉੱਦਾਂ ਦਾ ਬਣ ਜਾਂਦਾ ਹੋਵੇ ਵੀ ਕਿਸੇ ਦੀ ਵੀ ਮੌਤ ਨੂੰ ਕਵਰ ਕਰਨ ਦੇ ਲਈ ਉੱਥੇ ਪਹੁੰਚ ਜਾਂਦੇ ਨੇ ਨਾ। ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਚਾਹੇ ਉਹ ਕਿਸੇ ਦਾ ਕੋਈ ਲੱਗਦਾ ਸੀ, ਚਾਹੇ ਨਹੀਂ ਲੱਗਦਾ ਸੀ, ਚਾਹੇ ਕੋਈ ਉਹਦਾ ਪ੍ਰਸ਼ੰਸਕ ਸੀ, ਚਾਹੇ ਨਹੀਂ ਸੀ, ਪਰ ਸਾਡੇ ਲਈ ਉਹ ਨੌਜਵਾਨ ਮੌਤ ਸੀ। ਕਿੱਡੀ ਕਹਿਰ ਦੀ ਮੌਤ ਆ, ਹੈ ਨਾ। ਚਾਹੇ ਕਿਸੇ ਦਾ ਵੀ ਧੀ ਪੁੱਤ ਸੀਗਾ, ਪਰ ਹੈ ਤਾਂ ਪੰਜਾਬ ਦਾ ਸੀਗਾ, ਹੈ ਨਾ। ਸੋਚ ਹੀ ਨਹੀਂ ਹੁੰਦਾ ਵੀ ਉੱਥੇ ਜਾ ਕੇ ਤੁਸੀਂ ਕੰਮ ਕਰ ਲਓਗੇ। ਗੁਰਦੀਪ, ਤੁਹਾਨੂੰ ਯਾਦ ਆ ਵੀ ਆਪਾਂ ਨਾ ਕਦੀ ਕਿਸੇ ਦਾ ਮਤਲਬ, ਤੁਸੀਂ ਹੁਣ 30 ਸਾਲ 32 ਦੇ ਹੋ ਗਏ ਹੈ ਨਾ, ਜ਼ਿੰਦਗੀ 'ਚ ਤੁਸੀਂ ਕਿੰਨੇ ਕੁ ਸਿਵੇ ਵਲਦੇ ਦੇਖੇ ਹੋਣਗੇ ਆਪਣੀਆਂ ਅੱਖਾਂ ਨਾਲ, ਹੈ ਨਾ, ਜਿੱਥੇ ਜਾ ਕੇ ਤੁਹਾਨੂੰ ਲੱਗਿਆ ਕਿ ਮੈਂ ਕੋਲ ਖੜ ਕੇ ਇਹ ਚੀਜ਼ ਦੇਖੀ ਆ। ਜੇ ਅਸੀਂ ਨਹੀਂ ਦੇਖੇ ਤਾਂ ਇਸੇ ਲਈ ਨਹੀਂ ਦੇਖੇ ਕਿਉਂਕਿ ਸਾਡੇ ਘਰਾਂ 'ਚ ਉਹਨਾਂ ਮਸਲਿਆਂ ਦੀ ਸੰਜੀਦਗੀ ਸਮਝੀ ਜਾਂਦੀ ਆ। ਅੱਜ ਵੀ ਆਪਣੇ ਪਰਿਵਾਰਾਂ 'ਚ ਔਰਤਾਂ ਨੂੰ ਸਿਵਿਆਂ ਕੋਲ ਨਹੀਂ ਲਿਜਾਇਆ ਜਾਂਦਾ, ਹੈ ਨਾ, ਬੱਚਿਆਂ ਨੂੰ ਆਪਾਂ ਦੂਰ ਕਰ ਲੈਂਦੇ ਹਾਂ। ਬਿਲਕੁਲ। ਤੇ ਉਹਦਾ ਕਾਰਨ ਇਹੀ ਹੁੰਦਾ ਵੀ ਔਰਤਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਭਾਵਨਾਤਮਕ ਹੁੰਦੀਆਂ ਨੇ, ਤੇ ਬੱਚੇ ਵੀ ਆਪਾਂ ਨੂੰ ਇਹੀ ਸਮਝਦੇ ਨੇ ਕਿ ਆਪਣੇ ਮਨ 'ਤੇ ਬਹੁਤ ਜ਼ਿਆਦਾ ਅਸਰ ਹੋਊ ਇਸ ਚੀਜ਼ ਦਾ, ਹੈ ਨਾ। ਤੇ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ 'ਚ 2 ਸਿਵੇ ਵੀ ਵਲਦੇ ਨਹੀਂ ਦੇਖੇ, ਹੈ ਨਾ। ਤੇ ਹੁਣ ਅਸੀਂ ਰੋਜ਼ ਟੈਲੀਵਿਜ਼ਨ 'ਤੇ ਦੇਖ ਰਹੇ ਹਾਂ, ਜਿਵੇਂ ਤੁਸੀਂ ਕਿਹਾ ਕਿ ਮੀਡੀਆ 'ਚ ਇੱਕ ਇਹ ਕੰਡੀਸ਼ਨ ਵੀ ਹੁੰਦੀ ਹੈ ਕਿ ਤੁਸੀਂ ਡੈੱਡ ਬੋਡੀ ਤੱਕ ਨਹੀਂ ਦਿਖਾ ਸਕਦੇ, ਹੈ ਨਾ। ਤੇ ਹੁਣ ਮਤਲਬ ਇੰਨਾ ਨੇੜੇ ਕੈਮਰਾ ਜਾਂਦਾ ਵੀ ਤੁਸੀਂ ਮਰੇ ਹੋਏ ਦਾ ਬਿਲਕੁਲ ਇਕੱਲਾ ਮੂੰਹ ਦੇਖ ਸਕਦੇ ਹੋ। ਇੰਨਾ ਦੂਰ ਵੀ ਨਹੀਂ ਹੁੰਦਾ ਕਿ ਤੁਸੀਂ ਪੂਰਾ ਸਰੀਰ ਦੇਖ ਰਹੇ ਹੋ, ਨਹੀਂ, ਤੁਸੀਂ ਮੂੰਹ ਤੱਕ ਦੇਖ ਰਹੇ ਹੋ, ਹੈ ਨਾ। ਤੇ ਸਾਨੂੰ ਕਿਵੇਂ ਕੱਲ੍ਹ ਨੂੰ ਕਿਸੇ ਮਰੇ ਹੋਏ ਦੇ ਸਾਹਮਣੇ ਸਾਡੇ ਮਨ 'ਚ ਉਹ ਤੜਪ ਆਊਗੀ ਵੀ ਆਹ ਬੰਦਾ ਮੇਰੇ ਸਾਹਮਣੇ ਮਰਿਆ ਪਿਆ, ਜਦੋਂ ਅਸੀਂ ਰੋਜ਼ 10 ਮਰੇ ਹੋਏ ਰੋਜ਼ ਦੇਖ ਰਹੇ ਹਾਂ, ਹੈ ਨਾ। ਕੋਈ ਬੰਦਾ ਇਹ ਨਹੀਂ ਸੋਚਦਾ ਕਿ ਉਹਦੇ ਪਰਿਵਾਰ 'ਤੇ ਇਸ ਟਾਈਮ ਕੀ ਬੀਤ ਰਹੀ ਹੋਊਗੀ। ਉਹਦੇ ਮਾਂ ਪਿਓ ਲਈ ਇੱਕ ਨੌਜਵਾਨ ਬੱਚਾ ਚਲਿਆ ਗਿਆ ਦੁਨੀਆ ਤੋਂ, ਔਰ ਪੂਰੀ ਕਾਇਨਾਤ ਜਿਨ੍ਹਾਂ ਲਈ ਉਹੀ ਸੀ, ਹੈ ਨਾ, ਮਤਲਬ ਕੋਈ ਹੋਰ ਨਿਆਣਾ ਵੀ ਨਹੀਂ। ਤੇ ਸਾਡੇ ਲਈ ਉਹ ਕੀ ਆ, ਮੈਨੂੰ ਹੈਰਾਨੀ ਆ ਵੀ ਕੱਲ੍ਹ ਸ਼ਾਮ ਤੋਂ ਮਤਲਬ ਤੁਸੀਂ ਦੇਖ ਰਹੇ ਹੋ ਕਿ ਸ਼ਮਸ਼ਾਨ ਘਾਟ ਦੀਆਂ ਵੀਡੀਓਜ਼ ਆਉਣੀਆਂ ਵੀ ਸ਼ੁਰੂ ਹੋ ਗਈਆਂ। ਇਹਦਾ ਮਤਲਬ ਇਹ ਆ ਕਿ ਅਸੀਂ ਮੌਕਾ ਲੱਭ ਰਹੇ ਹਾਂ ਕਿ ਸਭ ਤੋਂ ਪਹਿਲਾਂ ਕੌਣ ਕੀ ਦਿਖਾ ਰਿਹਾ, ਹੈ ਨਾ। ਤੇ ਸਾਨੂੰ ਆਪ ਨੂੰ ਵੀ ਨਹੀਂ ਸਮਝ ਆ ਰਹੀ ਕਿ ਹੁਣ ਅਸੀਂ ਇਹਦੇ 'ਤੇ ਰਿਐਕਟ ਕਿਵੇਂ ਕਰੀਏ। ਅਸੀਂ ਮਤਲਬ ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਅਸੀਂ ਅੰਦਰੋਂ ਮਰ ਗਏ, ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਕੀ ਹੋ ਰਿਹਾ ਜਾਂ ਕੀ ਵਾਪਰ ਗਿਆ ਜਾਂ ਕਿੱਡੀ ਵੱਡੀ ਘਟਨਾ ਹੋ ਗਈ, ਹੈ ਨਾ। ਤੁਸੀਂ ਸਿਵਿਆਂ 'ਚ ਜਾ ਕੇ ਇੱਕ ਦਿਨ ਪਹਿਲਾਂ ਸੰਸਕਾਰ ਤੋਂ ਥਾਂ ਲੱਭਦੇ ਹੋ ਵੀ ਇੱਥੇ ਕੈਮਰਾ ਲਾਵਾਂਗੇ ਤਾਂ ਇੱਥੋਂ ਸਾਨੂੰ ਵਧੀਆ ਫੁਟੇਜ ਮਿਲ ਸਕਦੀ ਆ। ਤੁਸੀਂ ਮਰ ਗਏ ਜਮਾਂ ਦਿਮਾਗ ਤੋਂ, ਤੁਹਾਡੇ ਅੰਦਰ ਰਿਹਾ ਹੀ ਨਹੀਂ ਕੁਛ, ਤੁਸੀਂ ਮਹਿਸੂਸ ਹੀ ਨਹੀਂ ਕਰ ਰਹੇ ਵੀ ਤੁਸੀਂ ਕਿਹੜੀਆਂ ਚੀਜ਼ਾਂ ਕਵਰ ਕਰ ਰਹੇ ਹੋ ਉੱਥੇ ਆ ਕੇ, ਅਤੇ ਕਿਹੜੀ ਚੀਜ਼ ਕਵਰ ਕਰਨ ਦੇ ਲਈ ਤੁਸੀਂ ਲੱਭ ਰਹੇ ਹੋ ਵੀ ਮੈਨੂੰ ਬੈਸਟ ਪਲੇਸ ਚਾਹੀਦੀ ਹੈ ਇੱਥੇ ਕੈਮਰਾ ਲਾਉਣ ਦੇ ਲਈ, ਇੱਥੇ ਪੋਜੀਸ਼ਨ ਸਹੀ ਰਹੂ ਤੇ ਇੱਥੋਂ ਮੈਂ ਵਧੀਆ ਤਰੀਕੇ ਦੇ ਨਾਲ, ਤੇ ਦੂਸਰੀ ਗੱਲ ਮੇਰੇ ਚੈਨਲ ਤੋਂ ਸਭ ਤੋਂ ਪਹਿਲਾਂ ਉਹ ਕਵਰੇਜ ਜਾਊਗੀ। ਮੈਨੂੰ ਤਾਂ ਇਹ ਲੱਗਦਾ ਗੁਰਦੀਪ ਵੀ ਅਸੀਂ ਲੋਕਾਂ ਨੂੰ ਨਾ ਇਮੋਸ਼ਨਲੀ ਬਲੈਕਮੇਲ ਕਰ ਰਹੇ ਹਾਂ ਇਸ ਟਾਈਮ, ਹੈ ਨਾ। ਜਿੰਨਾ ਵੱਡਾ ਹਾਦਸਾ ਹੁੰਦਾ ਉੱਥੇ ਤੁਹਾਨੂੰ ਉਨੀ ਜ਼ਿਆਦਾ ਵੱਡੀ ਸਿਆਣਪ ਵਰਤਣੀ ਚਾਹੀਦੀ ਹੈ, ਕਿਉਂਕਿ ਜਿਵੇਂ ਮੰਨ ਲਓ ਇੱਕ ਬੰਦਾ ਜਿਹਨੂੰ ਇੰਨੀ ਦੁਨੀਆ ਜਾਣਦੀ ਸੀ, ਜਿਹਨੂੰ ਬਹੁਤ ਸਾਰੇ ਲੋਕ ਮੁਹੱਬਤ ਕਰਦੇ ਸੀਗੇ, ਜਦੋਂ ਉਹ ਇਸ ਤਰੀਕੇ ਨਾਲ ਦੁਨੀਆ ਤੋਂ ਜਾਂਦਾ ਤਾਂ ਸਾਡੀਆਂ ਕਿੰਨੀਆਂ ਭਾਵਨਾਵਾਂ ਨੇ ਜਿਹੜੀਆਂ ਬਹੁਤ ਛੇਤੀ ਆਪਾਂ ਕਈ ਵਾਰੀ ਮਤਲਬ ਇਮੋਸ਼ਨਲ ਹੋ ਜਾਂਦੇ ਹਾਂ, ਭੜਕ ਜਾਂਦੀਆਂ ਨੇ ਲੋਕਾਂ ਦੀਆਂ ਭਾਵਨਾਵਾਂ, ਹੈ ਨਾ। ਤੇ ਉਹਨੂੰ ਇੰਨਾ ਡੀਪ ਜਾ ਕੇ ਤੁਸੀਂ ਚੀਜ਼ਾਂ ਨੂੰ ਦਿਖਾ ਰਹੇ ਹੋ। ਹੁਣ ਦੇ ਬੱਚੇ ਜਿਹੜੇ ਉਹਨਾਂ ਚੀਜ਼ਾਂ ਨੂੰ ਦੇਖ ਰਹੇ ਨੇ, ਜਿਹੜੇ ਉੱਥੇ ਵੀ ਨੇ ਇਸ ਵਕਤ, ਉਹ ਕਿਹੋ ਜਿਹਾ ਅਸਰ ਲੈ ਕੇ ਆਪਦੇ ਘਰੇ ਵਾਪਸ ਆਉਣਗੇ, ਜਾਂ ਆਪਣੇ ਮਨਾਂ ਤੱਕ ਉਸ ਚੀਜ਼ ਦਾ ਕਿੰਨਾ ਸਮੇਂ ਤੱਕ ਅਸਰ ਰਹੂਗਾ, ਹੈ ਨਾ। ਮੈਂ ਇਹ ਸੋਚ ਰਹੀ ਸੀ ਵੀ ਅੱਜ ਉਹਦੇ ਮਾਂ-ਬਾਪ ਨੂੰ ਸ਼ਾਇਦ ਸੁਰਤ ਨਹੀਂ ਹੈਗੀ, ਪਰ ਕੱਲ੍ਹ ਨੂੰ ਜਦੋਂ ਉਹ ਇਹਨਾਂ ਵੀਡੀਓਜ਼ ਨੂੰ ਦੇਖਣਗੇ, ਹੈ ਨਾ, ਕਿ ਉਹਨਾਂ ਦੇ ਉੱਪਰੋਂ ਸਾਰੀ ਉਮਰ ਉਹਦਾ ਅਸਰ ਚੱਲਿਆ ਜਾਊਗਾ ਉਸ ਚੀਜ਼ ਲਈ। ਮਤਲਬ ਇੱਕ ਦੁੱਖ ਤਾਂ ਜਿਹੜਾ ਅਸੀਂ ਸ਼ਾਇਦ ਮਹਿਸੂਸ ਹੀ ਨਹੀਂ ਕਰ ਸਕਦੇ। ਆਪਾਂ ਕਹਿੰਦੇ ਹਾਂ ਕਿ ਕੋਈ ਚੀਜ਼ ਨੂੰ ਤੁਸੀਂ ਉਦੋਂ ਮਹਿਸੂਸ ਕਰਦੇ ਹੋ ਜਦੋਂ ਤੁਹਾਡੇ ਨਾਲ ਉਹ ਵਾਪਰਦੀ ਹੈ ਨਾ, ਤੇ ਇੱਕ ਦੁੱਖ ਆ ਜਿਹੜਾ ਮਤਲਬ
ਸਾਰੀ ਉਮਰ ਤੁਸੀਂ ਉਹਨਾਂ ਲਈ ਪਰੋਸ ਕੇ ਧਰਤਾ। ਤੇ ਉਹ ਇਹੀ ਚੀਜ਼ ਆ, ਕੋਈ ਚੀਕ ਕੇ ਵੀਡੀਓ ਬਣਾ ਰਿਹਾ, ਕੋਈ ਸਰਕਾਰਾਂ ਨੂੰ ਲੋਕ ਟਾਰਗੇਟ ਕਰ ਰਹੇ ਨੇ, ਹੈ ਨਾ। ਤੁਹਾਨੂੰ ਕੀ ਪਤਾ ਵੀ ਉਸ ਪਰਿਵਾਰ ਦੀ ਕਿੱਡੀ ਕੁ ਵੱਡੀ ਤਕਲੀਫ ਆ। ਤੁਸੀਂ ਮੈਂ ਸਿਰਫ ਗੱਲ ਕਰ ਸਕਦੇ ਹੋ, ਪਰ ਜਿਹੜਾ ਘਾਟਾ ਅਗਲੇ ਨੂੰ ਪਿਆ ਨਾ ਉਹਨੂੰ ਕੋਈ ਸਰਕਾਰ ਪੂਰਾ ਕਰ ਸਕਦੀ ਆ, ਨਾ ਹੁਣ ਉਹਨੂੰ ਅਸੀਂ ਪੂਰਾ ਕਰ ਸਕਦੇ ਹਾਂ। ਉਹ ਮਤਲਬ ਤੁਸੀਂ ਅੱਡੀ ਚੋਟੀ ਦੀ ਵਾਹ ਲਾ ਕੇ ਵੀ ਨਹੀਂ ਪੂਰਾ ਕਰ ਸਕਦੇ, ਪਰ ਕਮ ਸੇ ਕਮ ਉਹਨੂੰ ਮਤਲਬ ਇੱਦਾਂ ਤੁਸੀਂ ਕੈਸ਼ ਨਾ ਕਰੋ ਉਸ ਚੀਜ਼ ਨੂੰ। ਨਹੀਂ, ਆਪਾਂ ਦਿਖਾ ਰਹੇ ਹਾਂ ਵੀ ਦੇਖੋ ਲਾਈਵ ਤਸਵੀਰਾਂ, ਮਾਂ-ਬਾਪ ਦਾ ਰੋ ਹੋਇਆ ਬੁਰਾ ਹਾਲ, ਵੀ ਕਿਹਨੂੰ ਨਹੀਂ ਪਤਾ ਵੀ ਜਦੋਂ ਕਿਸੇ ਦਾ ਜਵਾਨ ਧੀ ਪੁੱਤ ਚਲਾ ਜਾਂਦਾ ਤੇ ਮਾਂ-ਬਾਪ ਨਹੀਂ ਰੋਂਦੇ ਹੋਣਗੇ। ਬਿਲਕੁਲ। ਕੋਈ ਨਵੀਂ ਗੱਲ ਦੱਸ ਰਹੇ ਹੋ ਤੁਸੀਂ, ਜਾਂ ਕੋਈ ਇਦਾਂ ਦੀ ਗੱਲ ਤੁਸੀਂ ਦੱਸ ਰਹੇ ਹੋ ਵੀ ਤੁਹਾਡੀ ਖਬਰ ਆਉਣ ਦੇ ਨਾਲ ਕੋਈ ਬਹੁਤ ਵੱਡਾ ਬਦਲਾਅ ਆ ਜਾਊਗਾ, ਹੈ ਨਾ। ਤੁਸੀਂ ਦੇਖੋ ਉਹਦੇ ਟਰੈਕਟਰ, ਆਹ ਦੇਖੋ ਉਹਨਾਂ ਕੋਲ ਨਾ ਲਾਈਵ ਹੋ ਕੇ ਖੜ ਜਾਂਦੇ ਨੇ। ਇਹ ਵੀ ਇੱਕ ਚੱਕਰ ਹੁੰਦਾ ਵੀ ਜਦੋਂ ਤੁਸੀਂ ਪੇਜ ਤੋਂ ਆਪਣੇ ਤੋਂ ਲਾਈਵ ਹੁੰਦੇ ਹੋ ਤਾਂ ਬਹੁਤ ਸਾਰੇ ਸਬਸਕ੍ਰਾਈਬਰ ਤੇ ਵਿਊਅਰਸ ਤੁਹਾਡੇ ਨਾਲ ਆ ਕੇ ਜੁੜਦੇ ਨੇ ਤੇ ਤੁਹਾਡਾ ਪੇਜ ਉੱਪਰ ਚਲਿਆ ਜਾਂਦਾ, ਹੈ ਨਾ। ਸੋ ਤੇ ਇਹ ਨਹੀਂ ਹੁੰਦਾ ਵੀ ਤੁਸੀਂ ਗਏ ਹੋ ਬਹੁਤ ਹੀ ਸਾਦਗੀ ਦੇ ਨਾਲ ਉੱਥੋਂ ਦੀ ਜੋ ਵੀ ਜਾਣਕਾਰੀ ਲਿਆ ਕੇ ਤੁਸੀਂ ਆਪਦੇ ਚੈਨਲ ਦੇ ਉੱਪਰ ਦੇ ਦਿਓ। ਨਹੀਂ, ਉੱਥੇ ਇਹ ਹੁੰਦਾ ਵੀ ਇਸ ਮੌਕੇ ਨੂੰ ਜਾਂ ਇਸ ਘਟਨਾ ਨੂੰ ਅਸੀਂ ਕਿਵੇਂ ਕਵਰ ਕਰਨਾ ਜਿਹਦੇ ਨਾਲ ਸਾਡਾ ਚੈਨਲ ਬੂਸਟ ਕਰ ਜਾਵੇ, ਹੈ ਨਾ। ਉੱਥੇ ਤੁਹਾਡੇ ਕੋਲੇ ਲਾਈਵ ਹੋ ਕੇ ਬੋਲਣ ਲਈ ਕੁਝ ਵੀ ਨਹੀਂ ਹੁੰਦਾ। ਕਿਉਂਕਿ ਤੁਹਾਡੇ ਅੰਦਰ ਉਹ ਸੈਂਸਿਟੀਵਿਟੀ ਰਹੀ ਹੋਈ ਨਹੀਂ ਹੈ ਵੀ ਤੁਸੀਂ ਗੱਲ ਕਰ ਸਕੋ ਉਸ ਚੀਜ਼ ਦੇ ਉੱਪਰ। ਕਿਸੇ ਨੂੰ ਉਹਦੇ 10 ਗਾਣਿਆਂ ਦੇ ਟਾਈਟਲ ਤੱਕ ਨਹੀਂ ਯਾਦ ਹੋਣੇ, ਹੈ ਨਾ। ਆਹ ਦੇਖੋ ਜੀ, ਪਿੰਡ ਆ ਗਿਆ, ਪਿੰਡ 'ਚ ਸੋਗ ਦਾ ਮਾਹੌਲ ਆ, ਲੋਕ ਆਪਸ 'ਚ ਖੜ ਕੇ ਆਪਦੇ ਭੈਣ ਭਾਈ ਦੀ ਗੱਲ ਕਰ ਰਹੇ ਨੇ। ਤੁਸੀਂ ਉਹਨਾਂ ਦੇ ਵਿੱਚ ਜਾ ਕੇ ਜਦੋਂ ਤੁਸੀਂ ਪਹਿਲੀ ਵਾਰ ਸੁਣਿਆ, ਫਿਰ ਤੁਹਾਨੂੰ ਸਭ ਤੋਂ ਪਹਿਲਾਂ ਕੀ ਮਹਿਸੂਸ ਹੋਇਆ? ਉੱਥੇ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਦੀ ਵੀ ਗਲਤੀ ਹੈ ਜਿਹੜਾ ਅਸੀਂ ਉਹਨਾਂ ਨੂੰ ਉੱਥੇ ਜਵਾਬ ਦੇਣ ਬਹਿ ਜਾਂਦੇ ਵੀ ਸਾਨੂੰ ਕੀ ਮਹਿਸੂਸ ਹੋਇਆ। ਹਾਂ, ਉਹ ਸਾਨੂੰ ਨਹੀਂ ਪਤਾ ਵੀ ਸਾਨੂੰ ਕੀ ਮਹਿਸੂਸ ਹੋ ਰਿਹਾ, ਹੈ ਨਾ। ਔਰ ਦੂਜੀ ਚੀਜ਼ ਹੈ, ਤੁਸੀਂ ਮਤਲਬ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਵੀ ਇਸ ਵਕਤ ਕੀ ਵਾਪਰ ਰਿਹਾ, ਹੈ ਨਾ। ਮੈਨੂੰ ਇਹ ਪਤਾ, ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ 10 ਸਾਲ ਪਹਿਲਾਂ ਉਹ ਤੁਹਾਡੇ ਨਾਲ ਕਿਵੇਂ ਰਹਿੰਦਾ ਸੀਗਾ, ਆਖਰੀ ਟਾਈਮ ਤੇ ਉਹਨੇ ਤੁਹਾਨੂੰ ਕੀ ਕਿਹਾ ਸੀਗਾ, ਹੈ ਨਾ। ਮਤਲਬ ਉਹ ਗੱਲਾਂ ਕਿਸੇ ਲਈ ਕੀ ਅਹਿਮੀਅਤ ਰੱਖਦੀਆਂ ਨੇ ਕਿ 10 ਸਾਲ ਪਹਿਲਾਂ ਉਹ ਬੰਦਾ ਕੀ ਕਰ ਰਿਹਾ ਸੀਗਾ। ਅੱਜ ਦੇ ਟਾਈਮ 'ਚ ਉਸ ਪਰਿਵਾਰ ਤੇ ਕੀ ਵਾਪਰਿਆ, ਉਹਨੂੰ ਚਾਹੁਣ ਵਾਲੇ ਲੋਕਾਂ ਤੇ ਕੀ ਵਾਪਰ ਰਿਹਾ, ਉਸ ਚੀਜ਼ ਦੀ ਜੇ ਤੁਹਾਨੂੰ ਅਹਿਮੀਅਤ ਨਹੀਂ ਪਤਾ ਹੈਗੀ ਤਾਂ ਮੈਨੂੰ ਲੱਗਦਾ ਵੀ ਤੁਸੀਂ ਉਹਦੇ ਨਾਲ ਹੀ ਮਰ ਗਏ ਸੀ ਜਿਸ ਦਿਨ ਉਹ ਬੰਦਾ ਮਰਿਆ, ਹੈ ਨਾ। ਹੁਣ ਗੁਰਦੀਪ, ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਮਤਲਬ ਹੁਣ 2-3 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲੋਕ ਇਹੋ ਜਿਹੀਆਂ ਗੱਲਾਂ ਪਾ ਰਹੇ ਨੇ, ਜਿਵੇਂ ਮਿੰਟੂ ਗੁਰਸਰੀਆ ਉਹਨਾਂ ਨੇ ਲਿਖਿਆ ਸੀ ਵੀ ਨਾ ਕਾਮਯਾਬ ਬੰਦੇ ਨੂੰ ਮਜ਼ਾਕ ਕਰਦੇ ਨੇ, ਕਾਮਯਾਬ ਨੂੰ ਲੋਕ ਪਿਸਤੌਲ ਦਿਖਾਉਂਦੇ ਨੇ, ਹੈ ਨਾ। ਉਹੀ ਚੀਜ਼ ਹੈ ਕਿ ਐਡਾ ਕਾਮਯਾਬ ਬੱਚਾ ਜਦੋਂ ਘਰ 'ਚੋਂ ਜਾਂਦਾ, ਮੈਂ ਇਹ ਸੋਚ ਰਹੀ ਸੀ ਵੀ ਉਹਦੀ ਮਾਂ ਕਹਿੰਦੀ ਹੋਣੀ ਕਾਸ਼ ਇਹ ਕਦੀ ਸਕਸੈਸਫੁਲ ਹੋਇਆ ਹੀ ਨਾ ਹੁੰਦਾ, ਹੈ ਨਾ। ਆਪਾਂ ਵੀ ਸੋਚਦੇ ਹਾਂ, ਕਿੰਨੀਆਂ ਕੁੜੀਆਂ ਇਹ ਲਿਖ ਰਹੀਆਂ ਨੇ ਕਿ ਸਾਡੇ ਇਕੱਲੇ ਬੱਚੇ ਨੇ ਤੇ ਅਸੀਂ ਮਤਲਬ ਸਾਰੀ ਰਾਤ ਸੌਂ ਨਹੀਂ ਸਕੀਆਂ, ਹੈ ਨਾ। ਪਾਕਿਸਤਾਨ 'ਚ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਜਨਾਜ਼ਾ ਜਿੰਨਾ ਛੋਟਾ ਹੁੰਦਾ ਉਨਾ ਜ਼ਿਆਦਾ ਭਾਰਾ ਹੁੰਦਾ, ਹੈ ਨਾ। ਪਰ ਸਾਡੇ ਲਈ ਜਨਾਜ਼ਾ ਜਿੰਨਾ ਛੋਟਾ ਉਨਾ ਅਸੀਂ ਲੋਕਾਂ ਨੂੰ ਐਂਟਰਟੇਨ ਕਰ ਰਹੇ ਹਾਂ ਉਹਦੇ ਨਾਲ, ਹੈ ਨਾ। ਤੇ ਜੇ ਮਤਲਬ ਉਹ ਲੋਕ ਜਿਹੜੇ ਆਪਣੇ ਆਪ ਨੂੰ ਪੱਤਰਕਾਰ ਕਹਾਉਂਦੇ ਨੇ, ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਕਿ ਅਸੀਂ ਲੋਕਾਂ ਨੂੰ ਕੀ ਦਿਖਾਉਣਾ ਔਰ ਕੀ ਨਹੀਂ ਦਿਖਾਉਣਾ। ਫਿਰ ਲੋਕ ਜਦੋਂ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਸੀਂ 2 ਟਕੇ ਦੇ ਪੱਤਰਕਾਰ ਹੋ, ਫਿਰ ਉਹਨਾਂ ਨੂੰ ਮਿਰਚਾਂ ਲੱਗਦੀਆਂ ਨੇ, ਹੈ ਨਾ। ਤੇ ਲੋਕ ਕਹਿੰਦੇ ਨੇ ਕਿ ਇਹ ਮਤਲਬ ਹਰੇਕ ਦੇ ਮੂੰਹ 'ਚ ਮਾਈਕ ਤੁੰਨ ਦਿੰਦੇ ਨੇ, ਇਹਨਾਂ ਨੂੰ ਆਪਣੇ ਕਿੱਤੇ ਦੀ ਵੀ ਇੱਜ਼ਤ ਨਹੀਂ ਕਰਦੇ, ਹੈ ਨਾ। ਮੇਰੀ ਖੁਦ ਦੀ 14 ਸਾਲ ਦੀ ਬੇਟੀ ਇੱਕ ਦਿਨ ਕਹਿ ਰਹੀ ਸੀ ਕਿ ਮੰਮਾ ਜਰਨਲਿਸਟ ਨੂੰ ਲੋਕ ਰਿਸਪੈਕਟ ਕਿਉਂ ਨਹੀਂ ਕਰਦੇ, ਹੈ ਨਾ। ਤੇ ਇਸੇ ਲਈ ਨਹੀਂ ਕਰਦੇ ਕਿਉਂਕਿ ਅਸੀਂ ਆਪਣੀ ਇੱਜ਼ਤ ਰੱਖੀ ਹੋਈ ਨਹੀਂ ਹੈਗੀ। ਤੇ ਜਦੋਂ ਮੇਰੇ ਪੱਲੇ ਇੱਜ਼ਤ ਨਹੀਂ ਤਾਂ ਮੈਂ ਲੋਕਾਂ ਨੂੰ ਕੀ ਕਹੂੰਗੀ ਕਿ ਮੈਨੂੰ ਇੱਜ਼ਤ ਦਿਓ ਤੁਸੀਂ। ਅੱਜ ਜਿਹੜੀ ਇੱਜ਼ਤ ਅਸੀਂ ਪੂਰੀ ਦੁਨੀਆ ਨੂੰ ਦਿਖਾ ਰਹੇ ਹਾਂ, ਪਹਿਲਾਂ ਅਸੀਂ ਨੈਸ਼ਨਲ ਮੀਡੀਆ ਨੂੰ ਰੋਂਦੇ ਹੁੰਦੇ ਸੀਗੇ, ਹੁਣ ਸਾਡਾ ਜਿਹੜਾ ਪੰਜਾਬ ਦਾ ਮੀਡੀਆ ਉਹ ਤਾਂ ਮਤਲਬ ਉਸ ਤੋਂ ਵੀ ਉੱਪਰਲੀ ਛਲਾਂਗ ਲਾਉਣ ਨੂੰ ਤਿਆਰ ਹੋਇਆ। ਤੇ ਇੱਕ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੰਨੀ ਦੇਰ ਤੱਕ ਅਸੀਂ ਕਿੱਲ ਕੇ ਨਹੀਂ ਬੋਲਦੇ ਕਿ ਉਨੀ ਦੇਰ ਤੱਕ ਲੋਕ ਸਾਡੀ ਖਬਰ ਨਹੀਂ ਸੁਣਨਗੇ ਜਾਂ ਖਬਰ ਤੇ ਯਕੀਨ ਨਹੀਂ ਕਰਨਗੇ। ਅਸੀਂ ਕਹਿੰਦੇ ਹਾਂ ਸਰਕਾਰ ਨੇ ਐਂ ਕਰਤਾ, ਸਰਕਾਰ ਨੇ ਐਂ ਕਰਤਾ, ਉੱਥੇ ਅਸੀਂ ਜੱਜ ਕਿਉਂ ਬਣਦੇ ਹਾਂ? ਅਸੀਂ ਜੱਜ ਨਹੀਂ ਹੈਗੇ ਉੱਥੇ। ਅਸੀਂ ਕਹਿੰਦੇ ਕਿ ਉਹੀ ਦੋਸ਼ੀ ਆ, ਅਸੀਂ ਆਪਣੇ ਆਪ ਹੀ ਕਰਾਰ ਦੇ ਦਿੰਦੇ ਹਾਂ ਕਿ ਫਲਾਣਾ ਦੋਸ਼ੀ ਆ, ਇਹਦੇ ਲਈ ਆਹ ਜ਼ਿੰਮੇਵਾਰ ਆ। ਕਿ ਜਿਹੜੇ ਤੁਸੀਂ ਉੱਥੇ ਭੜਕਾਊ ਥੰਬਨੇਲ ਦਿੰਦੇ ਹੋ ਵੀ ਪੱਟਾਂ ਤੇ ਥਾਪੀਆਂ ਮਾਰ ਕੇ ਉਹਨੇ ਉਹਦੀ ਔਕਾਤ ਦਿਖਾਤੀ, ਜਾਂ ਇੱਕ ਬਹੁਤ ਹੀ ਘਟੀਆ ਥੰਬਨੇਲ ਸੀਗਾ ਕਿ ਫੰਡਰ ਮੱਝ ਦਾ ਝੋਟੇ ਨਾਲ ਕੀ ਮੁਕਾਬਲਾ। ਕੀ ਇਹੋ ਜਿਹੇ ਅਕਸਾਊ ਥੰਬਨੇਲ ਜ਼ਿੰਮੇਵਾਰ ਨਹੀਂ ਹੈਗੇ ਕਿਸੇ ਦੇ ਕਤਲ ਲਈ? ਕਿਉਂ ਨਹੀਂ ਹੋਣਗੇ? ਕੋਈ ਮੈਂ ਆਪਦੇ ਬਾਰੇ ਕੋਈ ਏਡੀ ਗੱਲ ਮੀਡੀਆ ਦੇ ਵਿੱਚ ਕਿਵੇਂ ਸੁਣ ਲੂੰਗੀ ਜਦੋਂ ਕਿ ਮੈਂ ਵੀ ਕੋਈ ਇੱਕ ਪਬਲਿਕ ਪਰਸਨੈਲਿਟੀ ਆ? ਮੈਨੂੰ ਤਾਂ ਇਹ ਲੱਗਦਾ ਤਾਂ ਉਹਨਾਂ ਪੱਤਰਕਾਰਾਂ ਨੂੰ ਵੀ ਜਿਹੜੇ ਕਹਿੰਦੇ ਨੇ ਕਿ ਸਰਕਾਰ ਜ਼ਿੰਮੇਵਾਰ ਆ ਜਾਂ ਲੋਕ ਜ਼ਿੰਮੇਵਾਰ ਆ ਜਾਂ ਉਹਦੇ ਗੀਤ ਜ਼ਿੰਮੇਵਾਰ ਸੀਗੇ, ਤੁਸੀਂ ਆਪਦੇ ਵੱਲ ਦੇ ਝੱਕ ਕੇ ਦੇਖੋ ਕਿ ਤੁਸੀਂ ਜ਼ਿੰਮੇਵਾਰ ਨਹੀਂ ਹੈਗੇ। ਤੁਸੀਂ ਜਾ ਕੇ ਅਗਲਿਆਂ ਨੂੰ ਕੱਲ੍ਹ ਮੈਨੂੰ ਐਂ ਲੱਗਿਆ ਕਿ ਵਧੀਆ ਨੇ ਉਹ ਕਲਾਕਾਰ ਜਿਹੜੇ ਇੰਟਰਵਿਊਜ਼ ਨਹੀਂ ਦਿੰਦੇ,
ਕਿਉਂਕਿ ਤੁਸੀਂ ਇੰਟਰਵਿਊਜ਼ 'ਚ ਜਾਣ ਕੇ ਉਹਨਾਂ ਨੂੰ ਇਹੋ ਜਿਹੇ ਸਵਾਲ ਪੁੱਛਦੇ ਹੋ ਜਿਹੜੇ ਕਿ ਤੁਹਾਨੂੰ ਨਹੀਂ ਪਤਾ ਵੀ ਕੌਣ ਕਿੱਥੇ ਬੈਠਾ ਉਹਨਾਂ ਨੂੰ ਕਿਵੇਂ ਸੁਣ ਰਿਹਾ, ਤੇ ਉਹਦਾ ਉਹ ਰਿਐਕਸ਼ਨ ਤੁਸੀਂ ਭਾਵੇਂ ਦਵੋ ਚਾਹੇ ਨਾ ਦਵੋ, ਅਗਲੇ ਨੂੰ ਫਾਇਦਾ ਹੋਵੇ ਚਾਹੇ ਨਾ ਹੋਵੇ, ਨੁਕਸਾਨ ਜ਼ਰੂਰ ਹੋ ਜਾਂਦਾ। ਤੁਸੀਂ ਜਾ ਕੇ ਉੱਥੇ ਜੱਜ ਬਣ ਕੇ ਉਹਨਾਂ ਨੂੰ ਇੰਟਰਵਿਊ ਕਰਦੇ ਹੋ, ਤੁਸੀਂ ਪੱਤਰਕਾਰ ਬਣ ਕੇ ਇੰਟਰਵਿਊ ਨਹੀਂ ਕਰਦੇ ਹੈਗੇ। ਇਹੋ ਜਿਹੇ ਸਵਾਲ ਤੁਸੀਂ ਉਹਨਾਂ ਨੂੰ ਕਰਦੇ ਹੋ ਜਿੱਥੋਂ ਤੁਹਾਨੂੰ ਲੱਗਦਾ ਕਿ ਇਹ ਸਵਾਲ ਬਹੁਤ ਤੜਕੇ ਵਾਲਾ, ਇਹਦੇ ਤੋਂ ਮੇਰੀ ਇੰਟਰਵਿਊ ਨੂੰ ਬਹੁਤ ਹਾਈਪ ਮਿਲੂਗੀ, ਇੰਟਰਵਿਊ ਨੂੰ ਹਾਈਪ ਮਿਲੂਗੀ ਤਾਂ ਮੈਂ ਵੀ ਵੱਡਾ ਪੱਤਰਕਾਰ ਬਣੂੰਗਾ। ਤੁਸੀਂ ਬੇਵਕੂਫ ਸਵਾਲ ਕਰਕੇ ਅੱਜ ਵੱਡੇ ਪੱਤਰਕਾਰ ਬਣਨ ਨੂੰ ਫਿਰਦੇ ਹੋ ਨਾ। ਫਲਾਣਾ ਜ਼ਿੰਮੇਵਾਰ ਆ, ਧਮਕਾਣਾ ਜ਼ਿੰਮੇਵਾਰ ਆ। ਜਦੋਂ ਤੁਸੀਂ ਚੋਣਾਂ ਦੇ ਵਿੱਚ ਪੈਸਾ ਲੈ ਕੇ ਸਰਕਾਰ ਲਈ ਕੰਪੇਨ ਕਰਦੇ ਹੋ, ਤੁਸੀਂ ਜ਼ਿੰਮੇਵਾਰ ਨਹੀਂ ਹੈਗੇ। ਅੱਜ ਇੱਕ ਪੱਤਰਕਾਰ ਚੀਖ ਕੇ ਇੰਟਰਵਿਊ ਦੇ ਰਿਹਾ ਸੀ ਆਪਦੇ ਹੀ ਚੈਨਲ ਦੇ ਉੱਪਰ ਕਿ ਸਰਕਾਰ ਨੇ ਉਹਨੂੰ ਮਰਵਾਤਾ, ਸਰਕਾਰ ਨੇ ਐਂ ਕਰਤਾ। ਕੀ ਚੋਣਾਂ ਦੌਰਾਨ ਤੁਹਾਡੇ ਚੈਨਲ ਨੇ ਪੈਸਾ ਲੈ ਕੇ ਕੰਮ ਨਹੀਂ ਕੀਤਾ ਸੀਗਾ? ਜਦੋਂ ਉਸ ਪੱਤਰਕਾਰ ਦੀ ਇੰਟਰਵਿਊ ਹੋਰ 2 ਵੱਡੇ ਚੈਨਲਾਂ ਨੇ ਦੇਖੀ, ਆਪਦੇ ਆਪ ਨੂੰ ਜਿਹੜੇ ਵੱਡੇ ਕਹਾਉਂਦੇ ਨੇ ਕਿ ਉਹਦੇ 1 ਘੰਟੇ ਦੇ ਵਿੱਚ 4.5 ਲੱਖ ਵਿਊ ਹੋ ਗਿਆ ਸੀ ਇੰਟਰਵਿਊ ਦਾ, ਉਹਨਾਂ ਨੂੰ ਲੱਗੇ ਓਹੋ ਅਸੀਂ ਤਾਂ ਪਿੱਛੇ ਰਹਿ ਗਏ, ਸਾਡਾ ਤਾਂ ਨੁਕਸਾਨ ਹੋ ਗਿਆ, ਸਾਨੂੰ ਵੀ ਚੀਖ ਕੇ ਇੰਟਰਵਿਊ ਕਰਨੀ ਚਾਹੀਦੀ, ਜਿਹਦੇ 'ਚ ਸਿੱਧਾ ਦੋਸ਼ੀ ਸਾਨੂੰ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਅਸੀਂ ਜੱਜ ਹੁੰਦੇ ਆ, ਜਾਂ ਬਤੌਰ ਪੱਤਰਕਾਰ ਸਾਨੂੰ ਕਿਸੇ ਨੂੰ ਵੀ ਕੁਝ ਵੀ ਕਹਿਣ ਦਾ ਹੱਕ ਆ। ਇਹ ਨਹੀਂ ਕਹਿੰਦੀ ਸਰਕਾਰ ਬੇਕਸੂਰ ਆ ਜਾਂ ਕੁਛ ਵੀ, ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਅਸੀਂ ਕਹਿੰਦੇ ਆ ਕਿ ਸਿਕਿਉਰਿਟੀ ਵਾਪਸ ਲੈਣ ਦੀ ਜਿਹੜੀ ਉਹ ਕੌਨਫੀਡੈਂਸ਼ੀਅਲ ਲਿਸਟ ਸੀਗੀ ਉਹ ਬਾਹਰ ਆਈ ਲੀਕ ਕਰਨ ਵਾਲੇ ਨੇ ਕਰ ਦਿੱਤੀ। ਪਬਲਿਸ਼ ਕਿਹਨੇ ਕੀਤੀ ਸੀਗੀ? ਮੀਡੀਆ ਨੇ ਕੀਤੀ ਸੀਗੀ। ਹਰ ਅਦਾਰੇ ਨੇ ਪਬਲਿਸ਼ ਕੀਤੀ। ਉਹ ਹਰ ਅਦਾਰੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਗਏ ਇੱਕ ਮਜ਼ਾਕੀਆ ਤੌਰ ਤੇ ਇੱਕ ਲਿਸਟ ਜਾਰੀ ਕੀਤੀ ਵੀ ਉਹਨੂੰ 1 ਕੰਬਲ ਮਿਲੂਗਾ, 1 ਚੱਪਲਾਂ ਮਿਲਣੀਆਂ, 1 ਉਹਨੂੰ ਕਾਪੀ ਮਿਲੂ, 1 ਉਹਨੂੰ ਪੈਨ ਮਿਲੂਗਾ। ਉਦੋਂ ਸਾਨੂੰ ਇਹਨਾਂ ਚੀਜ਼ਾਂ ਦੀ ਸੰਜੀਦਗੀ ਨਹੀਂ ਪਤਾ, ਉਦੋਂ ਨਹੀਂ ਸਾਨੂੰ ਪਤਾ, ਇਹਨਾਂ ਚੀਜ਼ਾਂ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਵੀ ਇਹਦਾ ਨਤੀਜਾ ਵੀ ਕੁਝ ਹੋ ਸਕਦਾ, ਕੋਈ ਇਦਾਂ ਦਾ ਨਤੀਜਾ ਹੋ ਸਕਦਾ ਜਿਹਦੇ ਲਈ ਸਾਨੂੰ ਬਾਅਦ ਦੇ ਵਿੱਚ ਪਛਤਾਉਣਾ ਪਵੇ। ਮੈਂ ਤੁਹਾਨੂੰ ਇਹੀ ਚੀਜ਼ ਕਹਿ ਰਹੀ ਸੀ ਕਿ ਮੈਨੂੰ ਤਾਂ ਲੱਗਦਾ ਕਿ ਹੁਣ ਮਤਲਬ ਜਿਹੜੇ ਵੀ ਲੋਕ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਥੋੜ੍ਹਾ ਜਿਹਾ ਵੀ ਮੁਕਾਮ ਦੁਨੀਆ 'ਚ ਰੱਖਦੇ ਹਾਂ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਇੰਟਰਵਿਊਜ਼ ਹੀ ਨਹੀਂ ਦੇਣੀਆਂ ਚਾਹੀਦੀਆਂ, ਹੈ ਨਾ। ਕਿਉਂਕਿ ਜਿਹੋ ਜਿਹੇ ਥੰਬਨੇਲ ਯੂਜ਼ ਕਰਕੇ ਤੁਹਾਨੂੰ ਦੂਜੇ ਦੇ ਖਿਲਾਫ ਖੜਾ ਉਸ ਵਕਤ ਦਿਖਾ ਦਿੱਤਾ ਜਾਂਦਾ, ਉਸ ਚੀਜ਼ ਦਾ ਅਸਰ ਤੁਸੀਂ ਇਹ ਨਾ ਸੋਚੋ ਕਿ ਉਸ 1 ਘੰਟੇ 'ਚ ਖਤਮ ਹੋ ਜਾਊਗਾ ਜਦੋਂ ਲੋਕ ਇੰਟਰਵਿਊ ਦੇਖ ਰਹੇ ਨੇ ਨਾ। ਉਸ ਚੀਜ਼ ਦਾ ਅਸਰ ਕਿਵੇਂ ਨਿਕਲੂਗਾ ਸ਼ਾਇਦ ਤੁਸੀਂ ਆਹ ਹਾਦਸੇ ਤੋਂ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ। ਜਾਂ ਤੁਹਾਡੀ ਕੋਈ ਆਮ ਕਹੀ ਹੋਈ ਨਾਰਮਲ ਸਹਿਜ ਕਹੀ ਹੋਈ ਗੱਲ ਨੂੰ ਵੀ ਉਹਨਾਂ ਨੇ ਪੇਸ਼ ਕਿਵੇਂ ਕਰ ਦੇਣਾ ਇਹ ਤੁਹਾਨੂੰ ਨਹੀਂ ਪਤਾ। ਤੁਹਾਨੂੰ ਨਹੀਂ ਪਤਾ। ਕਦੇ ਇੱਕ ਕਹਾਵਤ ਹੋਰ ਵੀ ਕਹਿੰਦੇ ਹੁੰਦੇ ਕਿ ਲੋਕਾਂ ਨੂੰ ਨਾ ਮਸਾਲਾ ਚਾਹੀਦਾ, ਚਾਹੇ ਗੱਲਾਂ ਹੋਣ ਚਾਹੇ ਖਾਣਾ ਹੋਵੇ, ਹੈ ਨਾ। ਉਹਨਾਂ ਨੂੰ ਮਸਾਲੇਦਾਰ ਹੀ ਪਸੰਦ ਆ, ਤੇ ਮਸਾਲੇਦਾਰ ਖਾਣ ਦੀ ਆਦਤ ਕਿਹਨੇ ਪਾਈ ਆ? ਇਹ ਸਭ ਤੋਂ ਵੱਡੀ ਆਦਤ ਮੀਡੀਆ ਨੇ ਪਾਈ ਆ। ਹੁਣ ਅਸੀਂ ਵੀ ਉਸ ਖਬਰ ਨੂੰ ਨਹੀਂ ਖੋਲਦੇ ਜਿਹ 'ਚ ਸਾਨੂੰ ਲੱਗਦਾ ਕਿ ਇੱਕ ਸਹਿਜ ਜਿਹਾ ਥੰਬਨੇਲ ਆ ਜਿਹ 'ਚ ਸ਼ਾਇਦ ਮੇਰੇ ਕੰਮ ਦੀ ਕੋਈ ਗੱਲ ਨਹੀਂ, ਹੈ ਨਾ। ਕਿੰਨੇ ਥੰਬਨੇਲ ਜਿਵੇਂ ਤੁਸੀਂ ਕਿਹਾ ਸੀਗੇ ਕਿ ਆਹ ਪੱਟਾਂ ਤੇ ਥਾਪੀ ਮਾਰਨ ਵਾਲੇ ਆਏ ਸੀਗੇ, ਹੈ ਨਾ, ਤੇ ਅਸੀਂ ਵੀ ਝੱਟ ਖੋਲਦੇ ਹਾਂ ਕਿ ਦੇਖੀਏ ਮਤਲਬ ਇਸ ਬੰਦੇ ਨੇ ਫਲਾਣੇ ਬਾਰੇ ਜਾਂ ਕਿਹਦੇ ਬਾਰੇ ਕੀ ਕਹਿ ਦਿੱਤਾ, ਉਹਦੀ ਬੇਇੱਜ਼ਤੀ ਕੀਤੀ ਹੋਊਗੀ, ਹੈ ਨਾ। ਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਜਿਹਦੇ ਬਾਰੇ ਕਈਆਂ ਗਈਆਂ ਨੇ ਜਾਂ ਉਹਨੇ ਕਈਆਂ ਵੀ ਨੇ ਜਿਹਨੂੰ ਤੁਸੀਂ ਇੰਡੀਕੇਸ਼ਨ ਦੇ ਰਹੇ ਹੋ ਵੀ ਤੇਰੇ ਬਾਰੇ ਉਹਨੇ ਆਹ ਗੱਲ ਕਹਿਤੀ, ਉਹਦੇ ਦਿਮਾਗ 'ਚ ਕਿਹੋ ਜਿਹਾ ਰਿਐਕਸ਼ਨ ਉਸ ਚੀਜ਼ ਦਾ ਆਊਗਾ ਤੁਸੀਂ ਬਿਲਕੁਲ ਨਹੀਂ ਸੋਚ ਸਕਦੇ। ਮੇਰੇ ਸਾਹਮਣੇ ਬੈਠ ਕੇ ਤੁਸੀਂ ਜੋ ਮੈਨੂੰ ਗੱਲ ਕਹਿਤੀ ਮੈਂ ਤੁਹਾਡੇ ਭਾਵ ਸਮਝ ਸਕਦੀ ਹਾਂ ਨਾ, ਪਰ ਤੁਸੀਂ ਕਿਸੇ ਦੇ ਥਰੂ ਜਦੋਂ ਗੱਲ ਮੇਰੇ ਤੱਕ ਆਊ ਤਾਂ ਤੁਸੀਂ ਮੇਰੇ ਮਾਨਸਿਕ ਹਾਲਾਤ ਨੂੰ ਨਹੀਂ ਸਮਝ ਸਕਦੇ, ਤਾਂ ਉਦੋਂ ਫਿਰ ਨਤੀਜੇ ਇਹੋ ਜਿਹੇ ਨਿਕਲਦੇ ਨੇ। ਪਰ ਮੈਨੂੰ ਲੱਗਦਾ ਫਿਰ ਵੀ ਇਹ ਦੁਨੀਆ ਚੱਲਦੀ ਰਹਿੰਦੀ ਹੈ, ਇਹਦੇ 'ਚ ਹਾਦਸੇ ਹੋਣਗੇ। ਇੱਕਦਮ ਕਿਸੇ ਵੀ ਚੀਜ਼ 'ਤੇ ਫੁੱਲ ਸਟਾਪ ਨਹੀਂ ਕਦੇ ਵੀ ਲੱਗਿਆ ਨਾ ਲੱਗ ਸਕਦਾ, ਹੈ ਨਾ। ਪਰ ਹਾਂ ਕਮ ਸੇ ਕਮ ਉਹਨਾਂ ਨੂੰ ਇੰਨਾ ਕੁ ਮਤਲਬ ਤੁਸੀਂ ਸਮਝੋ ਉਸ ਚੀਜ਼ ਦੀ ਸੰਜੀਦਗੀ ਨੂੰ ਕਿ ਤੁਸੀਂ ਉਹ 'ਚ ਇਹੋ ਜਿਹੀ ਭੂਮਿਕਾ ਨਾ ਨਿਭਾਓ ਕਿ ਕੱਲ੍ਹ ਨੂੰ ਉਹ ਇਹੋ ਜਿਹੇ ਬਣ ਕੇ ਤੁਹਾਡੇ ਸਾਹਮਣੇ ਆਉਣ, ਹੈ ਨਾ। ਮੈਨੂੰ ਲੱਗਦਾ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਆ ਜਿਹੜੇ 2-3 ਚੈਨਲ ਆਪਣੇ ਆਪ ਨੂੰ ਬਹੁਤ ਜ਼ਿਆਦਾ ਵੱਡੇ ਕਹਾਉਂਦੇ ਨੇ ਨਾ, ਲੋਕ ਜਾ ਕੇ ਬੇਸ਼ੱਕ ਉੱਥੇ ਗਾਲਾਂ ਕੱਢਦੇ ਨੇ ਪਰ ਗੁੱਸਾ ਤੁਹਾਨੂੰ ਲੋਕਾਂ 'ਤੇ ਵੀ ਆਉਂਦਾ ਕਿ ਤੁਸੀਂ ਗਾਲਾਂ ਕੱਢਣ ਲਈ ਹੀ ਉੱਥੇ ਜਾਂਦੇ ਹੋ, ਤੇ ਵਿਊਜ਼ ਵੀ ਉਹਨਾਂ ਚੈਨਲਾਂ ਦੇ ਹੀ ਹੁੰਦੇ ਨੇ, ਫਿਰ ਤੁਸੀਂ ਦੇਖਦੇ ਵੀ ਹੋ। ਉਸ ਤੋਂ ਵਧੀਆ ਨਹੀਂ ਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਇੱਕ ਚੁੱਪ 100 ਸੱਤ। ਤੁਸੀਂ ਬਾਈਕਾਟ ਕਰੋ ਉਸ ਚੀਜ਼ ਦਾ ਕਿ ਅਸੀਂ ਇਹਨਾਂ ਚੈਨਲਾਂ 'ਤੇ ਜਾਣਾ ਹੀ ਨਹੀਂ, ਅਸੀਂ ਇਹਨਾਂ ਚੈਨਲਾਂ 'ਤੇ ਜਾ ਕੇ ਚੀਜ਼ ਦੇਖਣੀ ਹੋਈ ਨਹੀਂ, ਹੈ ਨਾ। ਹੁਣ ਆਪਾਂ ਕਹਿੰਦੇ ਕਿ ਚੈਨਲ ਪਰੋਸ ਰਹੇ ਨੇ ਛੋਟੀਆਂ ਕਲਿੱਪ, ਉਹਦੇ ਪਿਤਾ ਉਹਦੀਆਂ ਮਤਲਬ ਉਹ 'ਤੇ ਸਾਫਾ ਬੰਨ੍ਹ ਰਹੇ ਨੇ, ਉਹਨੂੰ ਟੀ-ਸ਼ਰਟ ਪਾ ਰਹੇ ਨੇ, ਉਹਨਾਂ ਕਲਿੱਪ ਦੇ ਕਿੰਨੇ ਵਿਊ ਆ ਰਹੇ ਨੇ ਤੁਸੀਂ ਦੇਖ ਰਹੇ ਹੋ, ਕਿਉਂਕਿ ਲੋਕ ਦੇਖ ਰਹੇ ਨੇ ਉਹਨਾਂ ਚੀਜ਼ਾਂ ਨੂੰ ਨਾ। ਮੈਨੂੰ
ਡਰ ਲੱਗਣੋਂ ਹਟ ਗਿਆ ਕਿ ਇੱਕ ਲਾਸ਼ ਦੇਖਣ ਤੋਂ ਬਾਅਦ ਮੇਰੇ ਮਨ ਤੇ ਕੀ ਅਸਰ ਹੋਊਗਾ। ਤੇ ਲੋਕ ਦੇਖ ਰਹੇ ਨੇ, ਤੇ ਜੋ ਲੋਕ ਦੇਖ ਰਹੇ ਨੇ ਮੀਡੀਆ ਉਹਨਾਂ ਨੂੰ ਦੇ ਰਿਹਾ, ਜਾਂ ਫਿਰ ਜਦੋਂ ਅਸੀਂ ਫੋਨ 'ਚ ਬੈਠ ਕੇ ਸਕਰੋਲ ਕਰਦੇ ਹਾਂ ਮੀਡੀਆ ਮੈਨੂੰ ਜੋ ਦੇਈ ਜਾ ਰਿਹਾ ਮੈਂ ਦੇਖੂੰਗੀ, ਹੈ ਨਾ। ਤੇ ਮੈਨੂੰ ਲੱਗਦਾ ਇਹ ਚੀਜ਼ਾਂ ਦੋਨੋਂ ਪਾਸੇ ਲੋਕਾਂ ਨੂੰ ਸਮਝਣਾ ਚਾਹੀਦਾ, ਦੇਖਣ ਵਾਲਿਆਂ ਨੂੰ ਵੀ ਤੇ ਦਿਖਾਉਣ ਵਾਲਿਆਂ ਨੂੰ। ਜਿਵੇਂ ਤੁਸੀਂ ਕਿਹਾ ਨਾ ਭੈਣੇ ਵੀ ਕਲਾਕਾਰਾਂ ਨੂੰ ਇੰਟਰਵਿਊ ਕਰਨੀਆਂ ਹੀ ਨਹੀਂ ਚਾਹੀਦੀਆਂ, ਜਾਂ ਜਿਹੜਾ ਵੀ ਬੰਦਾ ਕਿਸੇ ਇੱਕ ਮੁਕਾਮ ਤੇ ਉਹਨੂੰ ਇੰਟਰਵਿਊ ਨਹੀਂ ਕਰਨੀ ਚਾਹੀਦੀ। ਮੈਨੂੰ ਲੱਗਦਾ ਕਿ ਇਹਦੇ ਨਾਲੋਂ ਵੀ ਜ਼ਿਆਦਾ ਉਹਨੂੰ ਇਹ ਜ਼ਰੂਰੀ ਪਤਾ ਹੋਣਾ ਜ਼ਰੂਰੀ ਆ ਕਿ ਮੈਂ ਕਿਹੜੇ ਚੈਨਲ ਤੇ ਜਾ ਕੇ ਜਾਂ ਕਿਹੜੇ ਪੱਤਰਕਾਰ ਦੇ ਨਾਲ ਜਾ ਕੇ ਇੰਟਰਵਿਊ ਕਰਨੀ ਆ, ਹੈ ਨਾ। ਹੁਣ ਬਹੁਤ ਸਾਰੀਆਂ PR ਏਜੰਸੀਆਂ ਨੇ ਜਿਹੜੀਆਂ ਕਿ ਆਪਣੇ ਚੈਨਲ ਨੂੰ ਫਿਲਮ ਪ੍ਰਮੋਸ਼ਨਾਂ ਤੇ ਇਨਵਾਈਟ ਨਹੀਂ ਕਰਦੀਆਂ ਹੈਗੀਆਂ। ਕਿਉਂਕਿ ਤੁਸੀਂ ਕਹਿੰਦੇ ਹੋ ਕਿ ਮੈਂ ਉੱਥੇ 5 ਮਿੰਟ ਦੀ ਇੰਟਰਵਿਊ ਕਰਨ ਨਹੀਂ ਆਉਣਾ, ਹੈ ਨਾ। ਜਾਂ ਜੇ ਫਿਲਮ ਮੈਨੂੰ ਚੰਗੀ ਲੱਗੂ ਤਾਂ ਮੈਂ ਚੰਗੀ ਕਹੂੰ, ਜੇ ਮੈਨੂੰ ਨਹੀਂ ਲੱਗੂਗੀ ਤਾਂ ਫਿਲਮ ਨੂੰ ਚੰਗੀ ਨਹੀਂ ਕਹੂੰ, ਹੈ ਨਾ। ਉਹ ਤੁਹਾਨੂੰ ਫਿਲਮ ਦੇ ਪ੍ਰੀਮੀਅਰ 'ਤੇ ਨਹੀਂ ਸੱਦਦੇ ਹੈਗੇ। ਫਿਲਮ ਦੇ ਪ੍ਰੀਮੀਅਰ 'ਤੇ ਵੀ ਉਹ ਚੈਨਲ ਆਉਂਦੇ ਨੇ ਜਿਹੜੇ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਜਿਵੇਂ ਅਸੀਂ ਇਹਨਾਂ ਨੂੰ ਕਹਾਂਗੇ ਇਹ ਉਵੇਂ ਦਾ ਹੀ ਰਿਵਿਊ ਦੇਣਗੇ, ਹੈ ਨਾ। ਫਿਲਮ ਪ੍ਰਮੋਸ਼ਨਲ ਜਦੋਂ ਕਾਨਫਰੰਸਾਂ ਹੁੰਦੀਆਂ ਨੇ ਉੱਥੇ ਉਹ ਪੱਤਰਕਾਰ ਹੀ ਨਹੀਂ ਹੁੰਦੇ ਜਿਹੜੇ ਅਸਲ ਦੇ ਵਿੱਚ ਸਿਨੇਮੇ 'ਤੇ ਲਿਖਦੇ ਨੇ, ਸਿਨੇਮੇ 'ਤੇ ਕੰਮ ਕਰਦੇ ਨੇ। ਸਿਰਫ ਪੰਜਾਬੀ ਸਿਨੇਮੇ 'ਤੇ ਨਹੀਂ, ਜਿਹੜੇ ਕਿ ਵਰਲਡ ਸਿਨੇਮੇ ਦੇ ਉੱਪਰ ਕੰਮ ਕਰਦੇ ਨੇ, ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਦੇ ਰਿਵਿਊਜ਼ ਪੜ੍ਹ ਕੇ ਜਾਂ ਜਿਨ੍ਹਾਂ ਦੇ ਲਿਖੇ ਹੋਏ ਕੁਝ ਆਰਟੀਕਲਸ ਜਾਂ ਫੀਚਰਸ ਪੜ੍ਹ ਕੇ ਤੁਹਾਨੂੰ ਸਿਨੇਮੇ ਬਾਰੇ ਪਤਾ ਲੱਗਦਾ, ਜਿਹੜੇ ਕਿ ਅਸਲ ਸਿਨੇਮੇ ਦੇ ਉੱਪਰ ਕੰਮ ਕਰਦੇ ਨੇ, ਹੈ ਨਾ। ਸੋ ਇਹ ਨਹੀਂ ਹੈਗਾ ਕਿ ਇੰਟਰਵਿਊਜ਼ ਨਹੀਂ ਦੇਣੀਆਂ ਚਾਹੀਦੀਆਂ ਨੇ। ਇੰਟਰਵਿਊਜ਼ ਨੂੰ ਫਿਲਟਰ ਕਰਨਾ ਸ਼ੁਰੂ ਕਰੋ। ਤੁਸੀਂ ਦੇਖੋ ਕਿ ਕਿਹੜੇ ਬੰਦੇ ਦੀ ਕੀ ਰਿਸਰਚ ਰਹੀ ਹੋਈ ਆ। ਜੇ ਕੋਈ ਮੈਨੂੰ ਮੇਰੇ ਸਿਨੇਮੇ ਦੇ ਉੱਪਰ, ਮੇਰੀਆਂ ਫਿਲਮਾਂ ਦੇ ਉੱਪਰ ਸਵਾਲ ਕਰਨ ਆ ਰਿਹਾ ਤਾਂ ਇਹ ਬੰਦਾ ਪਿਛਲੇ ਕਿੰਨੇ ਸਮੇਂ ਤੋਂ ਸਿਨੇਮੇ ਦੇ ਉੱਪਰ ਕੰਮ ਕਰਦਾ ਆ ਰਿਹਾ, ਜਾਂ ਸਿਨੇਮੇ ਨੂੰ ਲੈ ਕੇ, ਫਿਲਮਾਂ ਨੂੰ ਲੈ ਕੇ ਜਦੋਂ ਇਹ ਸਵਾਲ ਕਰਦਾ ਤਾਂ ਇਹਦੇ ਸਵਾਲ ਕਿਹੋ ਜਿਹੇ ਹੁੰਦੇ ਨੇ, ਹੈ ਨਾ। ਹੁਣ ਜੇ ਮੈਂ ਕਹਾਂ ਤਾਂ ਕੋਈ ਵੀ ਕਿਸੇ ਨੂੰ ਵੀ ਇੰਟਰਵਿਊ ਕਰ ਸਕਦਾ, ਉਹ ਵੀ ਬਿਨਾਂ ਤਿਆਰੀ ਤੋਂ ਜਾ ਕੇ, ਹੈ ਨਾ। ਪਰ ਉਹ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਉਹ ਇੰਟਰਵਿਊ ਹੁੰਦੀ ਹੈ ਨਾ। ਸੋ ਇਸ ਟਾਈਮ 'ਤੇ ਸਾਨੂੰ ਉਹਨਾਂ ਲੋਕਾਂ ਦੀ ਵੀ ਪਛਾਣ ਕਰਨ ਦੀ ਜ਼ਰੂਰਤ ਹੈ ਜਿਹੜੇ ਵਾਕਈ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਨੇ ਅਤੇ ਜਿਨ੍ਹਾਂ ਨੂੰ ਕੰਮ ਕਰਦਿਆਂ ਨੂੰ ਬਹੁਤ ਸਾਲ ਹੋ ਗਏ। ਤੁਹਾਨੂੰ ਪਤਾ ਜਿਹੜੇ ਲੋਕ ਪਿਛਲੇ ਇੰਨੇ ਸਾਲਾਂ ਤੋਂ 15 ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਅਤੇ ਉਹਨਾਂ ਵਰਗਾ ਕੰਮ ਪੰਜਾਬ ਦੇ ਵਿੱਚ ਹੋਰ ਕੋਈ ਨਹੀਂ ਕਰ ਸਕਦਾ, ਉਹਨਾਂ ਦੀ ਹਲੇ ਤੱਕ ਵੀ ਕਿਸੇ ਨੂੰ ਪਛਾਣ ਹੈ ਨਹੀਂ ਗੀ। ਉਹ ਨਾ ਤਾਂ ਕਿਸੇ ਪੋਲੀਟੀਸ਼ੀਅਨ ਦੀ ਕਿਸੇ ਕਾਨਫਰੰਸ 'ਤੇ ਹੁੰਦੇ ਨੇ, ਨਾ ਉਹ ਫਿਲਮ ਸਟਾਰਾਂ ਦੀ ਕਿਸੇ ਕਾਨਫਰੰਸ 'ਤੇ ਹੁੰਦੇ ਨੇ, ਅਤੇ ਨਾ ਹੀ ਉਹਨਾਂ ਨੂੰ ਸਪੈਸੀਫਿਕਲੀ ਕਿਸੇ ਫਿਲਮ ਦੇ ਰਿਵਿਊ ਕਰਨ ਦੇ ਲਈ ਬੁਲਾਇਆ ਜਾਂਦਾ। ਕਿਉਂ? ਉਹਨਾਂ ਨੂੰ ਪਤਾ ਵਾ ਵੀ ਇਹਨਾਂ ਨੇ ਸਾਡੇ ਕਹੇ 'ਤੇ ਹਾਂ, ਸਾਡੇ ਕਹੇ 'ਤੇ ਨਾ ਨਹੀਂ ਕਹਿਣੀ ਹੈਗੀ, ਹੈ ਨਾ। ਸੋ ਇਹ ਵੀ ਬਹੁਤ ਵੱਡੀ ਗੇਮ ਆ ਜਿਹੜੀਆਂ ਕਿ PR ਏਜੰਸੀਆਂ ਵੀ ਕਮਾਉਂਦੀਆਂ ਨੇ, ਅਤੇ ਬਹੁਤ ਸਾਰੇ ਆਰਟਿਸਟਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਕਿਹਨਾਂ ਦੇ ਨਾਲ ਇੰਟਰਵਿਊ ਕਰਨ ਜਾ ਰਹੇ ਨੇ। ਬਿਲਕੁਲ, ਦੇਖੋ ਤੁਸੀਂ ਪੱਤਰਕਾਰ ਹੋ, ਪਰ ਮੈਂ ਇੱਕ ਪੱਤਰਕਾਰ ਤੋਂ ਇਹੀ ਉਮੀਦ ਕਰੂੰਗੀ ਨਾ ਕਿ ਜੋ ਸਹੀ ਚੀਜ਼ ਆ ਮੈਨੂੰ ਉਹ ਸੁਣਨ ਨੂੰ ਮਿਲੇ, ਹੈ ਨਾ। ਤੇ ਮੈਂ ਤੁਹਾਡੇ ਤੋਂ ਵੀ ਇਹੀ ਚੀਜ਼ ਉਮੀਦ ਕਰੂੰਗੀ। ਮੇਰੀ ਉਮੀਦ ਕਦੇ ਨਹੀਂ ਹੋਊਗੀ ਵੀ ਤੁਸੀਂ ਮੈਨੂੰ ਇਹੋ ਜਿਹੇ ਘਟੀਆ ਥੰਬਨੇਲ ਦੇ ਕੇ ਜਾਂ ਮੈਨੂੰ ਆਪਣੇ ਕੋਲੋਂ ਮਸਾਲਾ ਲਾ ਕੇ ਕੋਈ ਚੀਜ਼ ਦੱਸੀ ਚੱਲੋ, ਹੈ ਨਾ। ਤੇ ਜਦੋਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੈਂ ਪੱਤਰਕਾਰ ਹਾਂ, ਮੇਰੀ ਪੱਤਰਕਾਰੀ ਕਿਹੋ ਜਿਹੀ ਹੋਣੀ ਚਾਹੀਦੀ ਆ, ਉਹਨਾਂ ਨੂੰ ਸਿਰਫ ਪਤਾ ਹੈ ਕਿ ਮੈਂ ਚੀਕ ਕੇ ਜਦੋਂ ਤੱਕ ਖਬਰ ਨਹੀਂ ਦਿੰਦਾ ਤਾਂ ਸ਼ਾਇਦ ਮੇਰੀ ਸੈਲਰੀ 'ਤੇ ਇੰਕਰੀਮੈਂਟ ਨਹੀਂ ਲੱਗੂਗਾ, ਜਾਂ ਲੋਕ ਮੈਨੂੰ ਵੱਧ ਤੋਂ ਵੱਧ ਦੇਖਣਗੇ ਨਹੀਂ, ਜਾਂ ਇਸ ਤੋਂ ਵੱਡਾ ਚੈਨਲ ਮੈਨੂੰ ਅਪਰੋਚ ਨਹੀਂ ਕਰੂਗਾ, ਹੈ ਨਾ। ਇਸੇ ਲਈ ਲੋਕਾਂ ਨੂੰ ਲੱਗਦਾ ਵੀ ਜਿਹੜਾ ਬੰਦਾ ਸਹਿਜ ਨਾਲ ਕੋਈ ਖਬਰ ਦੇ ਰਿਹਾ ਜਾਂ ਸਹਿਜ ਨਾਲ ਕੋਈ ਚੀਜ਼ ਤੁਹਾਡੇ ਅੱਗੇ ਪੇਸ਼ ਕਰ ਰਿਹਾ ਤਾਂ ਇਹ ਤਾਂ ਸ਼ਾਇਦ ਮਤਲਬ ਇਹਨੂੰ ਤਾਂ ਪੱਤਰਕਾਰੀ ਦਾ ਊੜਾ ਆੜਾ ਵੀ ਨਹੀਂ ਆਉਂਦਾ, ਹੈ ਨਾ। ਤੇ ਦੂਜੇ ਪਾਸੇ ਲੋਕੀ ਗੱਲਾਂ ਰਵੀਸ਼ ਕੁਮਾਰ ਦੀਆਂ ਕਰਦੇ ਨੇ ਕਿ ਖਬਰ ਅਸੀਂ ਉਹਨਾਂ ਦੀ ਸੁਣਦੇ ਹਾਂ, ਹੈ ਨਾ। ਤੇ ਇੱਥੇ ਮਤਲਬ ਸਾਡਾ ਹੀ ਮਾਨਸਿਕ ਪੱਧਰ ਆ ਜਿਹੜਾ ਬਹੁਤ ਛੋਟਾ ਹੋ ਗਿਆ। ਜਿਵੇਂ ਤੁਸੀਂ ਫਾਜ਼ਿਲਕਾ ਦੇ ਸਕੂਲ 'ਚ ਬੱਚਿਆਂ ਨੂੰ ਕਿਹਾ ਸੀਗਾ ਕਿ ਇਸ ਤੋਂ ਪਹਿਲਾਂ ਤੁਹਾਨੂੰ ਕੋਈ ਸਹੀ ਗਲਤ ਦੱਸੇ, ਹੈ ਨਾ, ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਲਈ ਕੀ ਸਹੀ ਆ ਕੀ ਗਲਤ ਆ। ਤੇ ਮੈਨੂੰ ਲੱਗਦਾ ਕਿ ਆਪਾਂ ਕਹਿ ਰਹੇ ਹਾਂ ਕਿ ਪੱਤਰਕਾਰਤਾ ਦੇ ਉੱਤੇ ਵੀ ਕੋਈ ਸੈਂਸਰ ਹੋਣਾ ਚਾਹੀਦਾ, ਵੀ ਇਸ ਤੋਂ ਪਹਿਲਾਂ ਸੈਂਸਰ ਲੱਗੇ ਤੁਹਾਨੂੰ ਨਹੀਂ ਆਪਣੀ ਲਿਮਿਟ ਪਤਾ ਹੋਣੀ ਚਾਹੀਦੀ ਕਿ ਅਸੀਂ ਕੀ ਕਰ ਸਕਦੇ ਹਾਂ ਜਾਂ ਕੀ ਨਹੀਂ ਕਰ ਸਕਦੇ, ਹੈ ਨਾ। ਬਿਲਕੁਲ ਇਹੀ ਚੀਜ਼ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਦਿਖਾ ਸਕਦੇ ਹਾਂ, ਉਹਦੇ ਨਾਲੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਨਹੀਂ ਦਿਖਾਉਣਾ, ਹੈ ਨਾ। ਤੇ ਜਦੋਂ ਸਾਨੂੰ ਨਹੀਂ ਦਿਖਾਉਣ ਵਾਲੀ ਗੱਲ ਆ ਜਿਹੜੀ ਸਾਡੇ ਦਿਮਾਗ 'ਚ ਬੈਠ ਜੂਗੀ ਨਾ, ਉਦੋਂ ਮੈਨੂੰ ਲੱਗਦਾ ਫਿਰ ਨਾ ਕਿਸੇ ਨੂੰ ਬੈਠ ਕੇ ਪ੍ਰੋਗਰਾਮ ਕਰਨੇ ਪੈਣਗੇ, ਨਾ ਸਾਨੂੰ ਇਹ ਲੋੜ ਲੱਗੂਗੀ ਕਿ ਇੱਦਾਂ ਦੀਆਂ ਚੀਜ਼ਾਂ ਦੇ ਉੱਪਰ ਵੀ ਕਿਸੇ ਦੀ ਨਜ਼ਰ ਹੋਣੀ ਚਾਹੀਦੀ ਆ। ਸਰਕਾਰਾਂ ਚੰਗੀਆਂ ਚੀਜ਼ਾਂ ਦੱਬ ਰਹੀਆਂ ਨੇ। ਕਿਉਂ ਦੱਬ ਰਹੀਆਂ ਨੇ? ਕਿਉਂਕਿ ਉਹ ਚਾਹੁੰਦੀਆਂ ਹੀ ਨਹੀਂ ਕਿ ਲੋਕਾਂ ਦਾ ਮਾਨਸਿਕ ਪੱਧਰ ਵੱਡਾ ਹੋਵੇ, ਹੈ ਨਾ। ਤੇ ਚੈਨਲਾਂ ਵਾਲਿਆਂ ਨੂੰ ਪਤਾ ਕਿ ਲੋਕਾਂ ਦਾ ਮਾਨਸਿਕ ਪੱਧਰ ਕਿੰਨਾ ਕੁ ਰਹਿ ਗਿਆ। ਜਦੋਂ ਕੋਈ ਇਹ ਥੰਬਨੇਲ ਦਿੰਦਾ ਕਿ ਚੱਲਦੀ ਇੰਟਰਵਿਊ 'ਚ ਬੰਦਾ ਭੁੱਬਾਂ ਮਾਰ ਰੋਇਆ, ਹੈ ਨਾ, ਰੋਇਆ ਭੁੱਬਾਂ ਮਾਰ ਕੇ ਹੀ ਜਾਂਦਾ। ਨਾਲੇ ਮੈਨੂੰ ਲੱਗਦਾ ਹੈ ਕਿ
ਭੁੱਬ ਦਾ ਪਤਾ ਹੀ ਨਹੀਂ, ਹਾਂ। ਜਾਂ ਤਾਂ ਇਹਨਾਂ ਨੇ ਭੁੱਬ ਵੱਜਦੀ ਨਹੀਂ ਦੇਖੀ, ਜਾਂ ਇਹਨਾਂ ਨੇ ਕਿਸੇ ਨੂੰ ਰੋਂਦੇ ਹੋਏ ਦੇਖਿਆ ਨਹੀਂ ਵੀ ਅਸਲ ਦੇ ਵਿੱਚ ਭੁੱਬ ਮਾਰ ਕੇ ਰੋਣਾ ਹੁੰਦਾ ਕੀ ਆ। ਬਿਲਕੁਲ। ਹਲਕਾ ਜੇ ਮੈਂ ਤੁਹਾਡੇ ਨਾਲ ਗੱਲ ਕਰਦੀ ਹੋਈ ਮੈਂ ਭਾਵੁਕ ਹੋ ਗਈ, ਮੇਰੇ ਹਲਕਾ ਜਿਹਾ ਅੱਖਾਂ 'ਚ ਪਾਣੀ ਸਿਮ ਗਿਆ, ਇਹਦਾ ਮਤਲਬ ਭੁੱਬ ਮਾਰਨਾ ਹੁੰਦਾ। ਅਸੀਂ ਇੰਨੀ ਕੁ ਚੀਜ਼ ਨੂੰ ਕਿਉਂ, ਇੱਕ ਇੰਟਰਵਿਊ ਚੱਲ ਗਈ ਤਾਂ ਉਹਨੂੰ ਲੱਗਿਆ ਵੀ ਇਹ ਲਿਖੇ ਤੇ ਇੰਟਰਵਿਊ ਚੱਲਦੀ ਹੁੰਦੀ ਆ। ਪਿੱਛੇ ਜੇ ਇੱਕ ਫਿਲਮ ਆਈ ਸੀ ਤਾਂ ਉਸ ਸਾਡੇ ਸਰਦਾਰ ਅਦਾਕਾਰ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ, ਬਹੁਤ ਸਾਰੇ ਕਹਿੰਦੇ ਕਹਾਉਂਦੇ ਪੱਤਰਕਾਰਾਂ ਦੀਆਂ ਇੰਟਰਵਿਊ ਹੋਈਆਂ। ਉਹਨਾਂ ਨੂੰ ਆਪਦੀ ਪੱਤਰਕਾਰੀ 'ਤੇ ਇੰਨਾ ਯਕੀਨ ਨਹੀਂ ਸੀਗਾ ਕਿ ਸਾਡੇ ਕਰਕੇ ਜਾਂ ਇਸ ਬੰਦੇ ਕਰਕੇ ਲੋਕ ਇੰਟਰਵਿਊ ਨੂੰ ਦੇਖ ਲੈਣਗੇ। ਨਹੀਂ, ਉਹਨਾਂ ਨੂੰ ਫਿਰ ਵੀ ਇੰਨੀ ਇਨਸਿਕਿਉਰਿਟੀ ਹੋਈ ਤਾਂ ਉਹਨਾਂ ਨੇ ਇੱਦਾਂ ਦੇ ਥੰਬਨੇਲ ਦਿੱਤੇ ਵੀ ਆਪਦੇ ਆਪ ਨੂੰ ਸਰਦਾਰ ਕਹਾਉਣ ਵਾਲਾ ਬੰਦਾ ਦੇਖੋ ਭੁੱਬਾ ਮਾਰ ਰੋਇਆ। ਤੁਸੀਂ ਦੇਖੋ ਜਿਵੇਂ ਕਿੰਨੇ ਹਾਦਸੇ ਆ ਸਾਲ 'ਚ ਹੋਏ ਨੇ। ਜਦੋਂ ਸਰਦੂਲ ਸਿਕੰਦਰ ਹੁਣਾਂ ਦੇ ਜਾਣ ਤੋਂ ਬਾਅਦ ਅਮਰ ਨੂਰੀ ਜੀ ਦੀਆਂ ਇੰਟਰਵਿਊ ਆਈਆਂ ਸੀ ਤਾਂ ਉਹਦਾ ਹਰ ਇੰਟਰਵਿਊ ਦਾ ਥੰਬਨੇਲ ਇਹੀ ਸੀ ਵੀ ਉਹ ਭੁੱਬਾ ਮਾਰ ਰੋਏ, ਹੈ ਨਾ। ਮਤਲਬ ਜਦੋਂ ਤੱਕ ਤੁਸੀਂ ਉਸ ਕਰੂਲਤਾ ਤੱਕ ਨਹੀਂ ਚਲੇ ਜਾਂਦੇ ਕਿ ਤੁਹਾਨੂੰ ਲੱਗਦਾ ਵੀ ਇਹ ਤੋਂ ਬਿਨਾਂ ਤਾਂ ਲੋਕਾਂ ਨੇ ਇਸ ਲਿੰਕ ਨੂੰ ਖੋਲ੍ਹਣਾ ਹੀ ਨਹੀਂ, ਤੁਹਾਨੂੰ ਆਪਣੇ ਮਨ ਨੂੰ ਹੀ ਸੰਤੁਸ਼ਟੀ ਨਹੀਂ ਹੁੰਦੀ ਵੀ ਮੈਂ ਇਸ ਇੰਟਰਵਿਊ 'ਚ ਉਹਨਾਂ ਤੋਂ ਕੋਈ ਚੱਜ ਦਾ ਸਵਾਲ ਪੁੱਛਿਆ ਜਿਹਨੂੰ ਥੰਬਨੇਲ ਬਣਾ ਕੇ ਪੇਸ਼ ਕੀਤਾ ਜਾ ਸਕਦਾ, ਜਾਂ ਮੈਂ ਉਹਨਾਂ ਨੇ ਕੋਈ ਇਸ ਇੰਟਰਵਿਊ 'ਚ ਭੁੱਬ ਮਾਰਨ ਤੋਂ ਇਲਾਵਾ ਚੱਜ ਦੀ ਕੋਈ ਗੱਲ ਨਹੀਂ ਕੀਤੀ ਜਿਹਨੂੰ ਤੁਸੀਂ ਦੱਸ ਕੇ ਲੋਕਾਂ ਨੂੰ ਕਹਿ ਸਕਦੇ ਹੋ ਕਿ ਇਸ ਇੰਟਰਵਿਊ ਨੂੰ ਤੁਸੀਂ ਦੇਖੋ, ਹੈ ਨਾ। ਮਤਲਬ ਅਸੀਂ ਇੰਨੇ ਜ਼ਿਆਦਾ, ਸਾਡੇ ਮਨ ਹੀ ਇੰਨੇ ਘਟੀਆ ਹੋ ਗਏ ਨੇ ਕਿ ਸਾਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਸਿਰਫ ਘਟੀਆ ਹੀ ਪਰੋਸਿਆ ਜਾਣਾ ਚਾਹੀਦਾ। ਆਪਾਂ ਕਹਿੰਦੇ ਹਾਂ ਨਾ, ਕੋਈ ਜਨਾਨੀ ਰਸੋਈ 'ਚ ਰੋਟੀ ਬਣਾਉਂਦੀ ਹੈ ਉਸ ਤਰੀਕੇ ਦੀ ਉਹ ਬਣਾ ਕੇ ਲਿਆਊਗੀ ਜਿਹੋ ਜਿਹਾ ਉਹਦਾ ਮਨ ਆ, ਜਾਂ ਜਿੰਨਾ ਕੁ ਉਹਨੂੰ ਅਕਲ ਹੈਗੀ ਆ, ਹੈ ਨਾ, ਜਿੰਨਾ ਕੁ ਉਹਦੇ ਕੋਲ ਸੁਚੱਜਾਪਣ ਹੈਗਾ। ਅਤੇ ਚੈਨਲਾਂ ਕੋਲ ਜਿੰਨਾ ਕੁ ਸੁਚੱਜਾਪਣ ਹੈਗਾ ਜਾਂ ਜਿਵੇਂ ਦੇ ਬੰਦੇ ਉਹਨਾਂ ਲਈ ਕੰਮ ਕਰ ਰਹੇ ਨੇ ਉਹ ਉਹੀ ਪਰੋਸ ਕੇ ਤੁਹਾਡੇ ਅੱਗੇ ਰੱਖ ਰਹੇ ਨੇ। ਅਤੇ ਇਹਦੇ ਵਿੱਚ ਮੈਨੂੰ ਲੱਗਦਾ ਹੁਣ ਹੈਰਾਨ ਘੱਟ ਹੋਣਾ ਚਾਹੀਦਾ, ਸ਼ਰਮ ਲੋਕਾਂ ਨੂੰ ਜ਼ਿਆਦਾ ਆਉਣੀ ਚਾਹੀਦੀ। ਨਾਲੇ ਮੀਡੀਆ 'ਤੇ ਵੈਸੇ ਵੀ ਇੱਕ ਨਿਰਪੱਖ ਧਿਰ ਹੁੰਦੀ ਆ ਵੀ ਜਿਹੜੀ ਕਿਸੇ ਵੱਲ ਨਹੀਂ ਭੁਗਤਦੀ, ਉਹ ਹਮੇਸ਼ਾ ਤੱਥ 'ਤੇ ਆਧਾਰਿਤ ਗੱਲ ਕਰਦੀ ਆ, ਹੈ ਨਾ। ਸੋ ਮੈਨੂੰ ਲੱਗਦਾ ਇਹ ਤਾਂ ਅਸੀਂ ਉਦੋਂ ਹੀ ਪਹਿਲਾਂ ਖੋ ਦਿੰਦੇ ਹਾਂ ਜਦੋਂ ਅਸੀਂ ਇੱਕ ਪਾਸੜ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਦੋਂ ਅਸੀਂ ਕਿਸੇ ਨੇਤਾ ਦੇ ਲਈ ਪੈਸੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸੋ ਉੱਥੇ ਸਭ ਤੋਂ ਪਹਿਲੀ ਗੱਲ ਆਪਦੇ ਨਾਂ ਨਾਲੋਂ ਪੱਤਰਕਾਰ ਅਤੇ ਨਿਰਪੱਖ ਪੱਤਰਕਾਰੀ ਕਰਨ ਦਾ ਦਾਅਵਾ ਸਾਨੂੰ ਹਟਾ ਲੈਣਾ ਚਾਹੀਦਾ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਦੇ ਇੱਦਾਂ ਦੇ ਵੈੱਬ ਚੈਨਲ ਸ਼ੁਰੂ ਹੋਏ ਨੇ ਜਿਹੜੇ ਕਿ ਇਸ ਦਾਅਵੇ ਦੇ ਨਾਲ ਸ਼ੁਰੂ ਹੋਏ ਸੀ, ਅਸੀਂ ਲੋਕਾਂ ਦੀ ਆਵਾਜ਼ ਹਾਂ ਅਤੇ ਅਸੀਂ ਨਿਰਪੱਖ ਪੱਤਰਕਾਰੀ ਕਰਾਂਗੇ ਨਾ। ਅਤੇ ਉਹਨਾਂ ਦੇ ਵਿੱਚੋਂ ਕੋਈ ਵੀ ਚੈਨਲ ਇੱਦਾਂ ਦਾ ਨਹੀਂ ਹੈਗਾ ਜਿਨ੍ਹਾਂ ਨੇ ਸਰਕਾਰ ਤੋਂ ਪੈਸਾ ਲੈ ਕੇ ਕੰਮ ਨਹੀਂ ਕੀਤਾ, ਜਾਂ ਕੋਈ ਵੀ ਚੈਨਲ ਇੱਦਾਂ ਦਾ ਨਹੀਂ ਹੈਗਾ ਜਿਨ੍ਹਾਂ ਨੇ ਅੱਜ ਤੱਕ ਲੋਕਾਂ ਦੇ ਪੱਖ ਦੀ ਇੱਕ ਵੀ ਗੱਲ ਕੀਤੀ ਹੋਵੇ। ਉਹਨਾਂ ਨੇ ਸਿਰਫ ਚੈਨਲ ਤੋਂ ਉੱਦਾਂ ਦਾ ਕੰਟੈਂਟ ਪਰੋਸਿਆ ਜਿਹੜਾ ਉਹਨਾਂ ਨੂੰ ਲੱਗਦਾ ਸੀ ਕਿ ਇਹਦਾ ਮੇਰੇ ਚੈਨਲ ਨੂੰ ਫਾਇਦਾ ਹੋਊਗਾ, ਇਹਦੇ ਨਾਲ ਮੇਰੇ ਚੈਨਲ ਦੇ ਸਬਸਕ੍ਰਾਈਬਰ ਵਧਣਗੇ, ਮੇਰੇ ਚੈਨਲ ਦੇ ਵਿਊਜ਼ ਵਧਣਗੇ ਅਤੇ ਮੈਨੂੰ ਪੈਸਾ ਆਊਗਾ। ਉਹਨਾਂ ਨੇ ਇੱਕ ਵੀ ਖਬਰ ਇੱਦਾਂ ਦੀ ਨਹੀਂ ਦਿੱਤੀ ਵੀ ਇਸ ਖਬਰ ਦੇ ਨਾਲ ਲੋਕਾਂ ਦਾ ਭਲਾ ਹੋ ਸਕਦਾ। ਗੁਰਦੀਪ, ਤਾਂ ਹੀ ਆਪਾਂ ਕਹਿੰਦੇ ਹਾਂ ਵੀ ਆਪਾਂ ਪੰਜਾਬੀ ਬੋਲੀ ਨੂੰ ਪਿਆਰ ਕਰੀਏ, ਹੈ ਨਾ। ਪੰਜਾਬੀ ਬੋਲੀ ਬਹੁਤ ਸਾਰੇ ਜ਼ਰੀਆਂ ਨਾਲ ਲੋਕਾਂ ਤੱਕ ਜਾਂਦੀ ਆ, ਪਰ ਅਸੀਂ ਆਪਣੇ ਨਿਆਣਿਆਂ ਨੂੰ ਕਿਉਂ ਕਹਿੰਦੇ ਹਾਂ ਕਿ ਤੁਸੀਂ ਇੰਗਲਿਸ਼ ਨਿਊਜ਼ ਦੇਖੋ, ਇਸੇ ਲਈ ਕਹਿੰਦੇ ਹਾਂ। ਮੈਂ ਤੁਹਾਨੂੰ ਦੱਸਦੀ, ਮੇਰੇ ਬੱਚੇ ਖੁਦ, ਮੇਰਾ ਬੇਟਾ 7 ਸਾਲ ਦਾ, ਹੈ ਨਾ, ਉਹ ਮੈਨੂੰ ਕਹੂਗਾ ਵੀ ਹਰ ਖਬਰ ਦੇ ਪਿੱਛੇ ਇੰਨੀ ਅੱਗ ਬਾਲਣ ਦੀ ਕੀ ਲੋੜ ਆ, ਹੈ ਨਾ। ਕਿਉਂਕਿ ਅਸੀਂ ਖਬਰ ਨੂੰ ਵੀ ਡੈਕੋਰੇਟ ਕਰਦੇ ਹਾਂ, ਪਹਿਲਾਂ ਉਹਨੂੰ ਵੀ ਅਸੀਂ ਦਿਖਾਉਂਦੇ ਹਾਂ ਵੀ ਇਹ ਸੋਹਣੀ ਬਣ ਕੇ ਲੋਕਾਂ ਤੱਕ ਜਾਵੇ, ਹੈ ਨਾ। ਅਤੇ ਸਾਨੂੰ ਇਹ ਲੱਗਦਾ ਕਿ ਲੋਕਾਂ ਦਾ ਧਿਆਨ ਖਬਰ 'ਚ ਨਹੀਂ, ਬਾਕੀ ਸਾਰੀਆਂ ਚੀਜ਼ਾਂ 'ਚ, ਹੈ ਨਾ। ਪਿੱਛੇ ਜੇ ਇੱਕ ਚੈਨਲ ਕਿੰਨਾ ਮਸ਼ਹੂਰ ਹੋਇਆ ਸੀ ਵੀ ਉਹਦੇ ਐਂਕਰ ਚੀਕ ਕੇ ਮੇਜ਼ ਭੰਨ ਕੇ ਖਬਰ ਦਿੰਦੇ ਨੇ ਨਾ, ਸਾਰੇ ਲੋਕਾਂ ਨੇ ਉਹਨੂੰ ਭੰਡਣਾ ਸ਼ੁਰੂ ਕੀਤਾ ਔਰ ਉਸੇ ਚੈਨਲ ਦੇ ਵਿਊ ਮਹੀਨੇ 'ਚ ਮਤਲਬ 10-10 ਲੱਖ ਹੁੰਦੇ ਸੀ ਇੱਕ ਇੰਟਰਵਿਊ ਦੇ। ਤੇ ਫਿਰ ਉਹਨੂੰ ਦੇਖਦਾ ਕੌਣ ਆ ਤੇ ਭੰਡਦਾ ਕੌਣ ਆ? ਮਤਲਬ ਇਹ ਤੁਹਾਡੇ ਤੇ ਮੇਰੇ ਵਰਗੇ ਲੋਕਾਂ ਨੂੰ ਕਿਵੇਂ ਸਮਝ ਆਊਗੀ ਇਸ ਚੀਜ਼ ਦੀ? ਤੇ ਫਿਰ ਉਹੀ ਚੀਜ਼ਾਂ ਜਾਣਗੀਆਂ ਜਿਨ੍ਹਾਂ ਨੂੰ ਦੇਖਿਆ ਜਾਊਗਾ, ਹੈ ਨਾ। ਭੰਡਣਾ ਫਿਰ ਉਹਨਾਂ ਦਾ ਬਹੁਤ ਪਿੱਛੇ ਰਹਿ ਜਾਂਦੀਆਂ ਨੇ ਇਹ ਚੀਜ਼ਾਂ। ਇਸੇ ਕਰਕੇ ਸਾਡੇ 'ਚੋਂ ਵੀ ਇਹ ਸੈਂਸਿਟੀਵਿਟੀ ਖਤਮ ਹੋ ਗਈ, ਕਿਉਂਕਿ ਸਾਨੂੰ ਦਿਖਾਇਆ ਹੀ ਇੱਦਾਂ ਦਾ ਕੁਛ ਜਾਂਦਾ ਵੀ ਜਦੋਂ ਕੋਈ ਬੰਦਾ ਮਰ ਰਿਹਾ, ਉਹ ਆਪਦੇ ਆਖਰੀ ਸਾਹਾਂ 'ਤੇ ਆ, ਉਹਦੀ ਵੀਡੀਓ ਬਣਾਉਣ ਦੇ ਨਾਲੋਂ ਸਾਨੂੰ ਉਹਨੂੰ ਚੱਕ ਕੇ ਕਿਸੇ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਣਾ ਚਾਹੀਦਾ, ਜਾਂ ਸਾਨੂੰ ਉਹਨੂੰ ਬਚਾਉਣ ਦੇ ਲਈ ਯਤਨ ਕਰਨੇ ਚਾਹੀਦੇ ਆ, ਨਾ ਕਿ ਸਾਨੂੰ ਉਹਨੂੰ ਮਰਦੇ 'ਤੇ ਲਾਈਵ ਹੋਣਾ ਚਾਹੀਦਾ ਅਤੇ ਦਿਖਾਉਣਾ ਚਾਹੀਦਾ ਵੀ ਦੇਖੋ ਇਹ ਬੰਦਾ ਮਰ ਰਿਹਾ। ਬਿਲਕੁਲ। ਅਤੇ ਮੈਂ ਵੀਡੀਓ ਪਾ ਕੇ ਕੋਈ ਮਹਾਨ ਕੰਮ ਕਰ ਰਿਹਾ, ਅਤੇ ਮੈਂ ਵੀਡੀਓ ਪਾ ਕੇ ਲੋਕਾਂ ਨੂੰ ਸੁਚੇਤ ਕਰਕੇ ਕੋਈ ਬਹੁਤ ਵੱਡੀ ਉਪਲਬਧੀ ਹਾਸਲ ਕਰ ਰਿਹਾ, ਕਿਉਂਕਿ ਮੈਂ ਇੱਕ ਮਰ ਰਹੇ ਬੰਦੇ ਨੂੰ ਦਿਖਾ ਰਿਹਾ ਜਿਹਨੂੰ ਮੈਂ ਬਚਾ ਤਾਂ ਸਕਦਾ ਸੀਗਾ, ਪਰ ਉਹ ਏਡੀ ਵੱਡੀ ਗੱਲ ਨਹੀਂ ਹੈਗੀ। ਇਹਨੂੰ ਮਰਦੇ ਹੋਏ ਇਹਨੂੰ ਲਾਈਵ ਹੋ ਕੇ ਦਿਖਾਉਣਾ ਮੇਰੇ ਲਈ ਬਹੁਤ ਵੱਡੀ ਗੱਲ ਆ। ਸੋ ਮੈਂ ਇੱਕ ਪੁੰਨ ਦਾ ਕੰਮ ਕਰ। ਬਿਲਕੁਲ, ਜਿਵੇਂ ਹੁਣ ਕੱਲ੍ਹ ਵਾਲੇ ਹਾਦਸੇ ਤੋਂ ਹੀ ਤੁਸੀਂ ਦੇਖ ਲਓ ਵੀ ਜੇ ਸਭ ਕੁਝ ਦਿਖਾਇਆ ਜਾਂਦਾ ਤੇ ਲਾਸ਼ ਨਾ ਤੁਹਾਨੂੰ ਦਿਖਾਈ ਜਾਂਦੀ ਤਾਂ ਮੈਨੂੰ ਲੱਗਦਾ ਉੱਥੇ ਹਜ਼ਾਰਾਂ ਕਮੈਂਟ ਹੁੰਦੇ ਵੀ ਸਾਨੂੰ ਲਾਸ਼ ਤਾਂ ਵਿਖਾ ਦਿਓ, ਹੈ ਨਾ। ਲੋਕਾਂ ਦੇ ਅੰਦਰ ਇੰਨੀ ਕੁ ਭਾਵਨਾ ਰਹਿ ਗਈ ਕਿਸੇ ਚੀਜ਼ ਲਈ। ਤੇ
ਆਪਾਂ ਘਰਾਂ 'ਚ ਦੇਖਦੇ ਹੁੰਦੇ ਹਾਂ, ਪਰਿਵਾਰਾਂ 'ਚ, ਕਿ ਜਦੋਂ ਕੋਈ ਜਾਂਦਾ ਤਾਂ ਮੂੰਹ ਕੱਜ ਕੇ ਰੱਖਦੇ ਨੇ, ਉਹਦੇ ਮੂੰਹ ਤੱਕ ਕੱਪੜਾ ਹੁੰਦਾ ਵੀ ਭਾਈ ਜਿਹਨੇ ਮੂੰਹ ਦੇਖਣਾ, ਜਿਹਦੇ 'ਚ ਹਿੰਮਤ ਹੈਗੀ ਉਹ ਚੱਕ ਕੇ ਵੇਖ ਲਓ, ਹੈ ਨਾ। ਕਿਉਂਕਿ ਸਾਨੂੰ ਪਤਾ ਕਿ ਅਸੀਂ ਦੇਖ ਨਹੀਂ ਸਕਦੇ। ਅਤੇ ਉਹ ਆਪਾਂ ਕਹਿੰਦੇ ਨੇ ਦੂਜੇ ਦੇ ਘਰ ਦੀ ਅੱਗ ਸਾਨੂੰ ਬਸੰਤਰ ਲੱਗਦੀ ਆ, ਫਿਰ ਉਹ ਦੂਜੇ ਦੇ ਪਰਿਵਾਰ 'ਚ ਜਿਹੜਾ ਹਾਦਸਾ ਹੋਇਆ ਹੁੰਦਾ ਸਾਡੇ ਲਈ ਮਨੋਰੰਜਨ ਹੁੰਦਾ, ਸਾਨੂੰ ਹੁੰਦਾ ਵੀ ਇੱਕ ਇੱਕ ਚੀਜ਼ ਸਾਨੂੰ ਪਤਾ ਹੋਵੇ, ਹੈ ਨਾ। ਇਸੇ ਲਈ ਹੁਣ ਆਹ ਘੰਟਾ ਪਹਿਲਾਂ ਆਪਾਂ ਦੇਖਿਆ ਸੀ ਕਿ ਥੰਬਨੇਲ ਇਹ ਆ ਰਹੇ ਨੇ ਕਿ ਉਹਦੇ ਪਿਓ ਨੇ ਉਹਦੀਆਂ ਮੁੱਛਾਂ ਨੂੰ ਵੱਟ ਦਿੱਤੇ, ਹੈ ਨਾ। ਤੁਸੀਂ ਪਿਓ ਨੂੰ ਮਤਲਬ ਅੰਦਰੋਂ, ਜੇ ਤੁਸੀਂ ਪਿਓ ਹੋ ਨਾ, ਕਮ ਸੇ ਕਮ ਤੁਹਾਡਾ ਦੁਨੀਆ 'ਤੇ ਕੋਈ ਇੱਕ ਅੱਧਾ ਬੱਚਾ ਹੈਗਾ ਤਾਂ ਤੁਸੀਂ ਸੋਚ ਕੇ ਵੇਖੋ ਕਿ ਲਾਸ਼ ਮੁੰਡੇ ਦੀ ਸਾਹਮਣੇ ਪਈ ਆ, ਹੈ ਨਾ। ਅਤੇ ਕਹਿੰਦੇ ਹੁੰਦੇ ਨੇ ਜਿਉਂਦੇ ਜੀ ਆਪਦੇ ਬੱਚਿਆਂ ਦਾ ਜਨਾਜ਼ਾ ਚੁੱਕਣਾ ਬਹੁਤ ਵੱਡਾ ਔਖਾ ਬੰਦੇ ਲਈ, ਅਤੇ ਔਰ ਤੁਸੀਂ ਉਹਨੂੰ ਥੰਬਨੇਲ ਦੇ ਰਹੇ ਹੋ ਕਿ ਉਹ ਮੁੱਛਾਂ ਨੂੰ ਵੱਟ ਦੇ ਰਹੇ ਨੇ। ਤੇ ਤੁਹਾਨੂੰ ਲੱਗਦਾ ਸੀ ਬਹੁਤ ਮਹਾਨ ਕੰਮ ਕੀਤਾ, ਤੇ ਇਹ ਸਾਡੀ ਅੱਜ ਦੀ ਸਭ ਤੋਂ ਵੱਡੀ ਖਬਰ ਆ। ਹਾਂ, ਤੇ ਉਹਦੀ ਮਾਂ ਹੈ ਜਿਹੜੀ, ਉਹਦੀਆਂ ਚੀਜ਼ਾਂ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਕਿ ਮਾਂ ਭੁੱਬਾਂ ਮਾਰ ਰੋ ਰਹੀ ਆ। ਮਤਲਬ ਮਾਂ ਦਾ ਤਾਂ ਹੋ ਸਕਦਾ ਕਲੇਜਾ ਫਟਿਆ ਪਿਆ ਹੋਵੇ, ਤੁਸੀਂ ਉਹ ਦੇਖ ਨਹੀਂ ਪਾ ਰਹੇ, ਨਹੀਂ ਤੁਸੀਂ ਉਹ ਵੀ ਲਿਖ ਦੇਵੋ ਵੀ ਆਹ ਦੇਖੋ ਜੀ, ਉਹ ਤਾਂ ਉਹਦਾ ਤਾਂ ਕਲੇਜਾ ਵੀ ਚੀਰਿਆ ਪਿਆ ਅੰਦਰੋਂ। ਬਿਲਕੁਲ। ਸੋ ਪ੍ਰੋਗਰਾਮ ਗੱਲ ਤੇ ਗੱਲ 'ਚ ਇੰਨਾ ਹੀ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।